ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹੱਬ ਦੇ ਵਿੱਚ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਆਉਣ ਵਾਲੀਆਂ ਸਟੱਡੀ ਰਿਲੇਟਡ ਵੀਡੀਓਜ਼ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਸੋ ਅੱਜ ਅਸੀਂ ਲਾਈਵ ਕਲਾਸ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਇੰਡੀਅਨ ਪੋਲਿਟੀ ਦਾ ਮੌਕ ਟੈਸਟ ਹੈ ਜੋ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਹੋਇਆ ਸੀ ਉਹ ਅੱਜ ਅਸੀਂ ਲਾਈਵ ਕੰਡਕਟ ਕਰਾ ਰਹੇ ਹਾਂ। ਸੋ ਜਿੰਨੇ ਵੀ ਵਿਦਿਆਰਥੀ ਲਾਈਵ ਕਲਾਸ ਵਿੱਚ ਜੁੜੇ ਨੇ ਉਹ ਇੱਕ ਵਾਰੀ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਦੇਣ ਕਿ ਆਵਾਜ਼ ਕਲੀਅਰ ਹੈ ਸਾਰੇ ਸਟੂਡੈਂਟਸ ਨੂੰ, ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਲਾਈਵ ਕਲਾਸ ਦੇ ਦੌਰਾਨ ਕਿਸੇ ਵੀ ਸਟੂਡੈਂਟ ਨੂੰ ਨਾ ਆਵੇ। ਸੋ ਸ਼ੁਰੂ ਕਰਾਂਗੇ ਮੌਕ ਟੈਸਟ। ਇੰਡੀਅਨ ਪੋਲਿਟੀ ਦਾ ਜੋ ਇਹ ਮੌਕ ਟੈਸਟ ਹੈ, ਠੀਕ ਹੈ ਜੀ, ਟੈਲੀਗ੍ਰਾਮ ਗਰੁੱਪ ਵਿੱਚ ਸਾਡੇ ਵਿੱਚ ਪਹਿਲਾਂ ਵੀ ਹੋ ਚੁੱਕਿਆ। ਜੇਕਰ ਤੁਸੀਂ ਸਾਡੇ ਟੈਲੀਗ੍ਰਾਮ ਦੇ ਮੈਂਬਰ ਨਹੀਂ ਹੋ ਗਰੁੱਪ ਦੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਸਰਚ ਕਰ ਸਕਦੇ ਹੋ @ਪੰਜਾਬ ਨੌਲੇਜ ਹੱਬ। ਸੋ ਪਹਿਲਾ ਕੁਐਸਚਨ ਜੋ ਮੌਕ ਟੈਸਟ ਦਾ ਹੈ, 4 ਆਪਸ਼ਨ ਤੁਹਾਨੂੰ ਦਿੱਤੇ ਹੋਏ ਨੇ। ਤੁਹਾਨੂੰ ਅਸੀਂ 10 ਸਕਿੰਟ ਦਾ ਸਮਾਂ ਦੇਵਾਂਗੇ ਜਿਸ ਦੇ ਨਾਲ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਆਪਣਾ ਆਨਸਰ ਦੱਸ ਸਕਦੇ ਹੋ ਕਿ ਇਸ ਦਾ ਆਨਸਰ ਕੀ ਆਵੇਗਾ। ਠੀਕ ਹੈ ਜੀ, ਦੇਖੋ ਸਭ ਤੋਂ ਪਹਿਲਾ ਕੁਐਸਚਨ ਸੀ ਹੂ ਵਾਜ਼ ਦੀ ਫਸਟ ਵੂਮਨ ਟੂ ਬਿਕਮ ਅ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਭਾਰਤ ਦੀ ਮੁੱਖ ਚੋਣ ਕਮਿਸ਼ਨਰ ਬਣਨ ਵਾਲੀ ਪਹਿਲੀ ਔਰਤ ਕੌਣ ਸੀ। ਦੇਖੋ ਇੱਥੇ ਕੁਐਸਚਨ 'ਚ ਕਨਫਿਊਜ਼ ਨਹੀਂ ਹੋਣਾ, ਉਹਨੇ ਤੁਹਾਨੂੰ ਪੁੱਛਿਆ ਭਾਰਤ ਦੀ ਮੁੱਖ ਚੋਣ ਕਮਿਸ਼ਨਰ ਬਣਨ ਵਾਲੀ ਪਹਿਲੀ ਔਰਤ ਕੌਣ ਸੀ। ਠੀਕ ਹੈ ਜੀ, ਪਹਿਲਾ ਚੋਣ ਕਮਿਸ਼ਨਰ ਨਹੀਂ ਪੁੱਛਿਆ ਉਸਨੇ ਔਰਤ ਪੁੱਛਿਆ ਸੀ ਕਿ ਪਹਿਲੀ ਔਰਤ ਕੌਣ ਸੀ ਜਿਹੜੀ ਮੁੱਖ ਚੋਣ ਕਮਿਸ਼ਨਰ ਬਣੀ। ਹਾਂਜੀ, ਤਾਂ ਜਿਹੜੇ ਵਿਦਿਆਰਥੀ ਲਾਈਵ ਕਲਾਸ ਅਟੈਂਡ ਕਰ ਰਹੇ ਨੇ ਉਹ A, B, C ਜਾਂ D ਲਿਖ ਕੇ ਆਨਸਰ ਦੇ ਸਕਦੇ ਨੇ। ਸੋ ਜੋ ਇਹ ਕਰੈਕਟ ਸੀਗਾ, ਇਸ ਦਾ ਕਰੈਕਟ ਆਪਸ਼ਨ ਆਉਣਾ ਸੀ ਜੀ ਆਪਸ਼ਨ ਨੰਬਰ C। Option number C is the correct answer. V.S. Ramadevi is the first woman to become a Chief Election Commissioner of India. V.S. Ramadevi ਸੀ ਪਹਿਲੀ ਮਹਿਲਾ ਜੋ ਕਿ ਇਲੈਕਸ਼ਨ ਕਮਿਸ਼ਨਰ ਬਣੀ ਸੀ। ਦੂਜਾ ਕੁਐਸਚਨ ਦੇਖੋ ਜੀ ਮੌਕ ਟੈਸਟ ਦਾ ਸੀ, under which article of the Indian Constitution the Parliament can make law on state list subject for giving effect to international agreements। ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਸੰਸਦ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਪ੍ਰਭਾਵਿਤ ਕਰਨ ਲਈ ਰਾਜ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ। ਠੀਕ ਹੈ ਜੀ, ਤਾਂ ਤੁਹਾਨੂੰ ਆਰਟੀਕਲ ਦਿੱਤੇ ਹੋਏ ਸੀ ਆਰਟੀਕਲ 249, ਆਰਟੀਕਲ 250, ਆਰਟੀਕਲ 252 ਤੇ ਆਰਟੀਕਲ 253। ਠੀਕ ਹੈ ਜੀ, ਤਾਂ ਉਹ ਕਿਹੜਾ ਅਨੁਛੇਦ ਹੈ ਜਿਸ ਦੇ ਤਹਿਤ ਸੰਸਦ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਪ੍ਰਭਾਵਿਤ ਕਰਨ ਲਈ ਰਾਜ ਸੂਚੀ ਦੇ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। ਤਾਂ ਇਸ ਦਾ ਜੋ ਕਰੈਕਟ ਆਨਸਰ ਆਉਣਾ ਸੀ ਜੀ ਉਹ ਆਉਣਾ ਸੀ ਆਪਸ਼ਨ ਨੰਬਰ D, ਆਰਟੀਕਲ ਨੰਬਰ 253। ਇਹੋ ਜਿਹਾ ਆਰਟੀਕਲ ਹੈ। Under Article 253 of the Indian Constitution, the Parliament can make law on state list subject for giving effect on international agreements। The correct answer ਕੀ ਆਣਾ ਸੀ option number D is the correct option ਆਣਾ ਚਾਹੀਦਾ ਸੀ। ਤੀਜਾ ਕੁਐਸਚਨ, The Constitution of India is ਭਾਰਤ ਦਾ ਸੰਵਿਧਾਨ ਹੈ flexible, very rigid, rigid ਜਾਂ partially rigid or partially flexible। ਤਾਂ ਇਸ ਦਾ ਕਰੈਕਟ ਆਨਸਰ ਕੀ ਆਊਗਾ ਜੀ, ਵਿਦਿਆਰਥੀ ਦੱਸ ਸਕਦੇ ਹਨ ਕਮੈਂਟ ਬਾਕਸ 'ਚ ਕਮੈਂਟ ਕਰਕੇ। ਦੀ ਕਨਸਟੀਟਿਊਸ਼ਨ ਆਫ ਇੰਡੀਆ ਇਜ਼, ਤਾਂ ਇਸ ਦਾ ਜੋ ਕਰੈਕਟ ਆਨਸਰ ਹੈ ਜੀ ਉਹ ਹੈ ਜੀ ਆਪਸ਼ਨ ਨੰਬਰ D, ਪਾਰਟਲੀ ਰਿਜਿਡ ਐਂਡ ਪਾਰਟਲੀ ਫਲੈਕਸੀਬਲ। ਠੀਕ ਹੈ ਜੀ, ਆਪਸ਼ਨ ਨੰਬਰ D ਇਜ਼ ਦਾ ਕਰੈਕਟ ਆਪਸ਼ਨ ਆਉਣਾ ਚਾਹੀਦਾ ਸੀ। ਦੀ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਪਾਰਟਲੀ ਰਿਜਿਡ ਐਂਡ ਪਾਰਟਲੀ ਫਲੈਕਸੀਬਲ। फोर्थ क्वेश्चन देखो जी, which of the following word is not added by the 42nd constitutional amendment। ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ 42ਵੀਂ ਸੰਵਿਧਾਨਿਕ ਸੋਧ ਦੁਆਰਾ ਨਹੀਂ ਜੋੜਿਆ ਗਿਆ ਸੀ। ਠੀਕ ਹੈ ਜੀ, ਤੇ 4 ਆਪਸ਼ਨ ਤੁਹਾਨੂੰ ਦਿੱਤੇ ਨੇ, ਫਰੈਟਰਨਿਟੀ, ਇੰਟੀਗ੍ਰਿਟੀ, ਲਿਬਰਟੀ ਜਾਂ ਫਿਰ ਯੂਨਿਟੀ।
हाँ जी, ਤਾਂ ਇਸ ਦਾ ਕਰੈਕਟ ਆਨਸਰ ਕਿਹੜਾ ਆਣਾ ਚਾਹੀਦਾ ਜੀ? ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 42ਵੀਂ ਸੰਵਿਧਾਨਿਕ ਸੋਧ ਦੁਆਰਾ ਨਹੀਂ ਜੋੜਿਆ ਗਿਆ ਸੀ? ਤਾਂ ਇਸ ਦਾ ਕਰੈਕਟ ਆਨਸਰ ਜੋ ਤੁਹਾਡਾ ਆਣਾ ਚਾਹੀਦਾ ਸੀ ਉਹ ਆਣਾ ਚਾਹੀਦਾ ਸੀ ਜੀ ਆਪਸ਼ਨ ਨੰਬਰ ਬੀ, ਇੰਟੀਗ੍ਰਿਟੀ ਇਜ਼ ਨੋਟ ਐਡਿਡ ਬਾਈ ਦੀ 42nd ਅਮੈਂਡਮੈਂਟ। 42nd ਅਮੈਂਡਮੈਂਟ ਜੋ ਕਿ 1976 ਵਿੱਚ ਹੋਈ ਸੀ, 42nd ਅਮੈਂਡਮੈਂਟ ਦੁਆਰਾ ਸਾਡਾ ਇੰਟੀਗ੍ਰਿਟੀ ਸ਼ਬਦ ਜੋੜਿਆ नहीं गया सी, बाकी सारे ऐड किए गए सी। 5th क्वेश्चन देखो जी, द प्रोविजन ऑफ द 6th शेड्यूल ऑफ इंडियन कॉन्स्टिट्यूशन आर एप्लीकेबल इन विच ऑफ द फॉलोइंग स्टेट्स? भारतीय संविधान की 6वीं अनुसूची के उपबंध हेठां दिते राज्यां विचों किस विच लागू हन? ठीक है जी, ऑप्शन ए सिक्किम, ऑप्शन बी त्रिपुरा, ऑप्शन सी नागालैंड ते ऑप्शन डी आल ऑफ अबव। काफ़ी स्टूडेंट्स ने इसका आंसर आल ऑफ अबव मार्क किया सी मॉक टेस्ट जिहड़ा असी अपने टैलीग्राम ग्रुप विच लिया सी, पर इसका जो करैक्ट आंसर बनता सी जी वह बनता सी त्रिपुरा, क्योंकि उन्होंने एक तो शेड्यूल ही दिता होया द प्रोविजन ऑफ 6th शेड्यूल ऑफ इंडियन कॉन्स्टिट्यूशन। तो इसका करैक्ट ऑप्शन ऑल ऑफ द अबव नहीं आना सी, त्रिपुरा इसका करैक्ट ऑप्शन आना सी। अगला देखो जी 6th क्वेश्चन, हाउ मैनी टाइप ऑफ जस्टिस, लिबर्टी, इक्वैलिटी, फ्रैटर्निटी इन दैट ऑर्डर हैव बीन मैंशनड इन द प्रीएम्बल ऑफ द कॉन्स्टिट्यूशन ऑफ इंडिया? कहते जी भारत के संविधान की प्रस्तावना जिसनों असी प्रीएम्बल भी कहते हैं विच किस क्रम विच न्याय, सुतंत्रता, समानता अते भाईचारे दीयां किन्नियां किस्मां दा जिक्र किया गया है? बेसिकली क्वेश्चन इत्थे की सी, क्वेश्चन यह सी कि जस्टिस, लिबर्टी, इक्वैलिटी ते फ्रैटर्निटी यह किस तरह मैंशन किए गए ने। ठीक है जी, तो मतलब कि उस दियां किन्नियां किस्मां दा जिक्र है। तो इसका जो करैक्ट ऑप्शन आना सी, यह क्वेश्चन काफ़ी बार रिपीट होया है जो सेंटर के एग्जाम्स ने। ठीक है जी, जो सेंटर के एग्जाम्स ने उन्हां विच यह काफ़ी बार रिपीट होया। तो इसका करैक्ट ऑप्शन आना सी जो ऑप्शन नंबर ए 3, 5, 2, 1। देखो भारत इसने क्वेश्चन की पूछा सी, भारत के संविधान की प्रस्तावना विच क्रमवार विच न्याय, सुतंत्रता, समानता अते भाईचारे दीयां किन्नियां किस्मां दा जिक्र है? ठीक है जी, तो जस्टिस दीयां 3 किस्मां दा जिक्र है, लिबर्टी दीयां 5 किस्मां दा, इक्वैलिटी दीयां 2 किस्मां दा, फ्रैटर्निटी दी 1 किस्म दा। तां ऑप्शन करैक्ट आना सी तुहाडा ऑप्शन नंबर ए। 6th क्वेश्चन दा ऑप्शन नंबर ए तुहाडा मॉक टेस्ट विच करैक्ट सी। अगे चलते हैं, नाल नाल विद्यार्थी आंसर दे सकते हैं कमेंट बॉक्स च कमेंट करके। 7th क्वेश्चन, द प्रीएम्बल टू द कॉन्स्टिट्यूशन डिक्लेयर इंडिया एज? संविधान की प्रस्तावना भारत नूं घोषित करती है। 4 ऑप्शन तुहानूं दिते हुए सी मॉक टेस्ट विच, जिन्हां विचों काफ़ी विद्यार्थियों ने सही आंसर दिते सी। तां इसदा करैक्ट ऑप्शन आना सी जी ऑप्शन नंबर ए। 7th क्वेश्चन का करैक्ट ऑप्शन आना सी ऑप्शन नंबर ए। संविधान की प्रस्तावना भारत नूं सोवरीयन, सोशलिस्ट, सैकुलर एंड डेमोक्रेटिक रिपब्लिक घोषित करती है। द प्रीएम्बल ऑफ इंडिया डिक्लेयर द प्रीएम्बल ऑफ कॉन्स्टिट्यूशन डिक्लेयर इंडिया एज सोवरीयन, सोशलिस्ट, सैकुलर एंड डेमोक्रेटिक रिपब्लिक। ठीक है जी, चलिए अगे 8वां क्वेश्चन, इन हुज रिपोर्ट द आइडिया ऑफ फेडरेशन सी मोतीलाल नेहरू ते डी.सी. श्यामा प्रसाद मुखर्जी? तो 8वें का जो क्वेश्चन का आंसर करैक्ट आना चाहिए सी वह सी जी ऑप्शन नंबर सी। इन मोतीलाल नेहरू रिपोर्ट द आइडिया ऑफ फेडरेशन ऑफ स्टेट वाज फर्स्ट प्रपोज। तो करैक्ट ऑप्शन जो इसका आना सी वह आना सी जी ऑप्शन नंबर सी। हुण जिवें विद्यार्थी आंसर दे रहे हैं तो विद्यार्थी लाइव क्लास विच आंसर किवें दे सकते हैं? जिवें असी 8वां क्वेश्चन पूछ रहे हैं तो वह 08 लिख के उसके सामने जो भी उन्होंने करैक्ट आंसर लगता है ए, बी, सी जां डी वह दस सकते हैं। ठीक है जी, जदों असी 9वें ते जावांगे तो 09 जदों आंसर देना तो इस तरीके नाल वह आंसर लाइव क्लास विच दे सकते हैं। 09 के अगे ए, बी, सी जां डी कोई भी ऑप्शन जिहड़ा उन्होंने करैक्ट लगता है वह एक ऑप्शन हो पा सकते हैं। सो अगले क्वेश्चन वाले असी चलते हैं। 9वां क्वेश्चन,
During which of the following periods did the Constituent Assembly deliberate upon and finalize the Constitution of India? ਹੇਠ ਲਿਖੀਆਂ ਕਿਹੜੀਆਂ ਮਿਆਦਾਂ ਦੌਰਾਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਅੰਤਮ ਰੂਪ ਦਿੱਤਾ? ਠੀਕ ਹੈ ਜੀ, ਡੇਟਾਂ ਤੁਹਾਨੂੰ ਦਿੱਤੀਆਂ ਹੋਈਆਂ ਸੀ। ਡੇਟਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਡੇਟਾਂ ਬਹੁਤ ਜ਼ਿਆਦਾ ਇਹ ਇੰਪੋਰਟੈਂਟ ਨੇ। ਦਸੰਬਰ 1947 ਤੋਂ ਨਵੰਬਰ 1949, ਦਸੰਬਰ 1946 ਤੋਂ ਨਵੰਬਰ 1949, ਨਵੰਬਰ 1946 ਤੋਂ ਨਵੰਬਰ 1949, ਨਵੰਬਰ 1947 ਤੋਂ ਨਵੰਬਰ 1949। ਤਾਂ 9th ਕੁਐਸਚਨ ਦਾ ਜੋ ਕਰੈਕਟ ਆਪਸ਼ਨ ਬਣਦਾ ਸੀ ਉਹ ਬਣਦਾ ਸੀ ਆਪਸ਼ਨ ਨੰਬਰ ਬੀ। ਦਸੰਬਰ 1946 ਤੋਂ ਨਵੰਬਰ 1949 ਦੇ ਵਿਚਕਾਰ ਕੀ ਹੋਇਆ ਸੀ? ਭਾਰਤ ਦੇ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਤੇ ਵਿਚਾਰ ਵਟਾਂਦਰਾ ਕੀਤਾ ਸੀ ਅਤੇ ਅੰਤਮ ਰੂਪ ਦਿੱਤਾ ਸੀ। ਤਾਂ ਕੁਐਸਚਨ ਦਾ ਕਰੈਕਟ ਆਪਸ਼ਨ ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਪਸ਼ਨ ਬਣਦਾ ਹੈ। ਤਾਂ ਤੁਸੀਂ ਯਾਦ ਰੱਖਣਾ ਹੈ ਇਹ ਕੁਐਸਚਨ, ਠੀਕ ਹੈ ਜੀ। ਇੱਥੇ ਅਸੀਂ ਵਿਦਿਆਰਥੀਆਂ ਨੂੰ ਇਹ ਵੀ ਦੱਸ ਦੇਣਾ ਚਾਹਾਂਗੇ ਕਿ ਸੈਂਟਰ ਵੱਲੋਂ ਕੰਪਿਊਟਰ ਦੀ ਜੋ ਬੁੱਕ ਹੈ ਉਹ ਲਾਂਚ ਕਰ ਦਿੱਤੀ ਗਈ ਹੈ। ਜੋ ਵੀ ਵਿਦਿਆਰਥੀ ਆਉਣ ਵਾਲੇ PEE ਕਲਰਕ ਵੀਡੀਓ ਹੋਰ ਚੀਜ਼ਾਂ ਦੀ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਕੰਪਿਊਟਰ ਦੀ ਬੁੱਕ ਸੈਂਟਰ ਦੁਆਰਾ ਲਾਂਚ ਕੀਤੀ ਗਈ ਹੈ। ਜਿਹੜੇ ਵਿਦਿਆਰਥੀ ਇਹ ਕਿਤਾਬ ਖਰੀਦਣਾ ਚਾਹੁੰਦੇ ਨੇ ਉਹ 9041540772 ਤੇ WhatsApp ਕਰਕੇ ਬੁੱਕ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਜੋ ਉਹ ਲੈ ਸਕਦੇ ਨੇ। ਬੁੱਕ 'ਚ ਤੁਹਾਨੂੰ ਕੰਪਿਊਟਰ ਡਿਟੇਲ ਵਿੱਚ ਮਿਲੂਗਾ ਤੇ ਐਂਡ ਦੇ ਵਾਲੇ ਪੋਰਸ਼ਨ ਤੇ 1 ਲਾਈਨਰ ਕੁਐਸਚਨਸ ਤੁਹਾਨੂੰ ਬੁੱਕ ਵਿੱਚ ਮਿਲ ਜਾਣਗੇ। 1 ਲਾਈਨਰ ਕੁਐਸਚਨਸ ਹਰੇਕ ਟੌਪਿਕ ਦੇ ਰਿਲੇਟਡ ਤੇ ਪ੍ਰੀਵੀਅਸ ਈਅਰ 'ਚ ਜੋ ਵੀ ਪੰਜਾਬ ਦੇ ਐਗਜ਼ਾਮ 'ਚ ਕੁਐਸਚਨ ਪੁੱਛੇ ਗਏ ਨੇ ਉਹ ਤੁਹਾਨੂੰ ਬੁੱਕ 'ਚ ਅਵੇਲੇਬਲ ਹੋਣਗੇ। ਸੋ ਜਿਹੜੇ ਵੀ ਵਿਦਿਆਰਥੀ ਬੁੱਕ ਖਰੀਦਣਾ ਚਾਹੁੰਦੇ ਨੇ ਉਹ ਵਿਦਿਆਰਥੀ ਇਸ ਦਿੱਤੇ ਗਏ ਨੰਬਰ ਤੇ WhatsApp ਕਰਕੇ ਕਿਸੇ ਵੀ ਤਰ੍ਹਾਂ ਦੀ ਬੁੱਕ ਦੇ ਰਿਗਾਰਡਿੰਗ ਜਾਣਕਾਰੀ ਹੈ ਜੋ ਲੈ ਸਕਦੇ ਨੇ। ਸੋ ਅੱਗੇ ਚੱਲਦੇ ਹਾਂ ਆਪਾਂ 10th ਕੁਐਸਚਨ ਵੱਲ। 10th ਕੁਐਸਚਨ ਸੀ ਆਪਣਾ The concept of a union of state in the Indian Constitution has been derived from। ਭਾਰਤੀ ਸੰਵਿਧਾਨ ਵਿੱਚ ਰਾਜਾਂ ਦਾ ਸੰਘ ਦਾ ਸੰਕਲਪ ਕਿਸ ਤੋਂ ਲਿਆ ਗਿਆ ਹੈ? The American Declaration of Independence, the Swiss Constitution, the British North American Act ਜਾਂ ਫਿਰ the Australian Constitution। ਜਦੋਂ ਅਸੀਂ ਚੈਕਿੰਗ ਕਰ ਰਹੇ ਸੀ, ਜਿਹੜਾ ਅਸੀਂ ਮੌਕ ਟੈਸਟ ਲਿੱਤਾ ਸੀ, ਤਾਂ ਅਸੀਂ ਦੇਖਿਆ ਕਾਫੀ ਵਿਦਿਆਰਥੀ ਨੇ ਇਸ ਦਾ ਆਪਸ਼ਨ ਨੰਬਰ ਏ ਨੂੰ ਲਾਇਆ ਹੋਇਆ ਸੀ। ਪਰ ਯੂਨੀਅਨ ਆਫ ਸਟੇਟ ਇਨ ਦੀ ਇੰਡੀਅਨ ਕਨਸਟੀਟਿਊਸ਼ਨ ਹੈਜ਼ ਬੀਨ ਡਿਰਾਈਵਡ ਫਰੋਮ ਕਿੱਥੋਂ ਲਏ ਗਏ ਨੇ ਉਹ? ਦਾ ਆਸਟ੍ਰੇਲੀਅਨ ਕਨਸਟੀਟਿਊਸ਼ਨ। ਤਾਂ ਕੁਐਸਚਨ ਦਾ ਕਰੈਕਟ ਆਪਸ਼ਨ ਕਿਹੜਾ ਆਣਾ ਸੀ? ਆਪਸ਼ਨ ਨੰਬਰ ਡੀ। ਆਪਸ਼ਨ ਨੰਬਰ ਡੀ 10ਵੇਂ ਦਾ ਕਰੈਕਟ ਆਪਸ਼ਨ ਸੀ। ਸੋ ਜਿਹੜੇ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਲਾਇਆ ਸੀ ਉਹ ਉਸ ਨੂੰ ਕਰੈਕਟ ਕਰ ਲੈਣ। ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਸੀ। 11th ਕੁਐਸਚਨ ਇੰਡੀਅਨ ਪੋਲਿਟੀ ਇਜ਼ ਭਾਰਤੀ ਰਾਜਨੀਤੀ ਕੀ ਹੈ? ਯੂਨਾਈਟਰੀ ਇਨ ਨੇਚਰ, ਫੈਡਰਲ ਇਨ ਨੇਚਰ, ਸੈਮੀ ਫੈਡਰਲ ਇਨ ਨੇਚਰ ਜਾਂ ਫਿਰ ਨਨ ਆਫ ਦਿਸ। ਤਾਂ ਭਾਰਤੀ ਰਾਜਨੀਤੀ ਕੀ ਹੈ? 4 ਆਪਸ਼ਨ ਤੁਹਾਨੂੰ ਇੱਥੇ ਦਿੱਤੇ ਹੋਏ ਸੀ। ਤਾਂ ਇਸ ਦਾ ਜੋ ਕਰੈਕਟ ਆਪਸ਼ਨ ਬਣਦਾ ਸੀ ਉਹ ਬਣਦਾ ਸੀ ਸੀ, ਸੈਮੀ ਫੈਡਰਲ ਹੈ ਜੀ। ਭਾਰਤੀ ਰਾਜਨੀਤੀ ਹੈ ਜੋ ਸੈਮੀ ਫੈਡਰਲ ਇਨ ਨੇਚਰ। 11th ਦਾ ਕੁਐਸਚਨ ਦਾ ਜਿਹੜਾ ਕਰੈਕਟ ਆਪਸ਼ਨ ਹੈ ਉਹ ਹੈ ਸੀ, ਸੈਮੀ ਫੈਡਰਲ ਇਨ ਨੇਚਰ ਹੈ ਜੀ ਭਾਰਤ ਦੀ ਜੋ ਰਾਜਨੀਤੀ ਹੈ। ਸੋ ਆਪਸ਼ਨ ਨੰਬਰ ਸੀ ਇਜ਼ ਦੀ ਕਰੈਕਟ ਆਪਸ਼ਨ। 12th ਕੁਐਸਚਨ ਤੁਹਾਨੂੰ ਪੁੱਛਿਆ ਗਿਆ ਸੀ ਜੁਡੀਸ਼ੀਅਲ ਕਮੇਟੀ ਆਫ ਦੀ ਪ੍ਰਾਈਵੀ ਕਾਉਂਸਿਲ was the highest court of appeal for Commonwealth country under the British Empire. It was established in ਪ੍ਰੀਵੀ ਕੌਂਸਲ ਦੀ ਨਿਆਇਕ ਕਮੇਟੀ ਬ੍ਰਿਟਿਸ਼ ਸਾਮਰਾਜ ਦੇ ਅਧੀਨ ਇੱਕ ਰਾਸ਼ਟਰਮੰਡਲ ਦੇਸ਼ ਲਈ ਅਪੀਲ ਦੀ ਸਰਵਉੱਚ ਅਦਾਲਤ ਸੀ। ਇਸ ਨੂੰ ਕਦੋਂ ਸਥਾਪਿਤ ਕੀਤਾ ਗਿਆ? ਦੇਖੋ ਕੁਐਸਚਨ ਇਨਡਾਇਰੈਕਟਲੀ ਲੰਬਾ ਬਣਾਇਆ ਗਿਆ। ਕੁਐਸਚਨ ਤੁਹਾਨੂੰ ਮਤਲਬ ਕਿ ਪੁੱਛਣਾ ਕੀ ਚਾਹੁੰਦਾ, ਉਹ ਕਹਿੰਦੇ ਜੀ ਪ੍ਰਾਈਵੀ ਕਾਉਂਸਿਲ ਹੈ ਜੋ ਉਹ, ਠੀਕ ਹੈ ਜੀ, ਉਹ ਕਦੋਂ ਸਥਾਪਿਤ ਕੀਤੀ ਗਈ ਸੀ। ਕੁਐਸਚਨ ਸਿਰਫ ਇੰਨਾ ਕੀ ਪੁੱਛਿਆ ਉਹਨੇ ਤੁਹਾਨੂੰ, ਬਾਕੀ ਤਾਂ ਉਹਨੇ ਕੁਐਸਚਨ ਲੰਬਾ ਕਰਨ ਵਾਸਤੇ ਤੁਹਾਨੂੰ ਕੀ ਦੱਸਿਆ? ਜੁਡੀਸ਼ੀਅਲ ਕਮੇਟੀ ਆਫ ਦੀ ਪ੍ਰੀਵੀ ਕਾਉਂਸਿਲ ਵਾਜ਼ ਦੀ ਹਾਈਐਸਟ ਕੋਰਟ ਆਫ ਅਪੀਲ ਫॉर ਅ ਕਾਮਨਵੈਲਥ ਕੰਟਰੀ, ਠੀਕ ਹੈ ਜੀ, ਬ੍ਰਿਟਿਸ਼ ਰਾਜ ਦੇ ਦੌਰਾਨ। ਤਾਂ ਉਹ ਕਦੋਂ ਬਣੀ ਸੀ ਜਿਹੜੀ ਆਪਣੀ ਪ੍ਰਾਈਵੀ ਕਾਉਂਸਿਲ ਸੀ? ਤਾਂ 12ਵੇਂ ਦੇ ਜਿਹੜੇ ਵਿਦਿਆਰਥੀ ਡੀ ਆਪਸ਼ਨ ਦੱਸ ਰਹੇ ਨੇ ਉਹ ਬਿਲਕੁਲ ਕਰੈਕਟ ਹੈ। ਅਰਸ਼ਦੀਪ ਕੌਰ ਜੀ ਇੱਥੇ ਦੱਸ ਰਹੇ ਨੇ ਕਿ 12ਵੇਂ ਦਾ
जो करैक्ट आंसर है वो डी ऑप्शन आऊगा। तो बिल्कुल करैक्ट है जी ऑप्शन नंबर डी। प्राइवी काउंसिल है जो वो 1833 विच स्थापित की गई सी। सो इज द करैक्ट ऑप्शन ऑप्शन नंबर डी। सो अगे चलते हैं जी। उम्मीद करते हैं विद्यार्थी नाल नाल इस नूं नोट करते रहणगे। 13वां क्वेश्चन, द कॉन्स्टिट्यूशनल अथॉरिटी vested with the powers of declaring caste and tribe as scheduled caste and scheduled tribe is। ਕਹਿੰਦੇ ਜੀ क्वेश्चन ਪੁੱਛ ਰਿਹਾ ਹੈ ਕਿ ਜਾਤੀ ਅਤੇ ਕਬੀਲਿਆਂ ਨੂੰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਵਜੋਂ ਘੋਸ਼ਿਤ ਕਰਨ ਦੀ ਸ਼ਕਤੀ ਨਾਲ ਨਿਯਤ ਸੰਵਿਧਾਨਿਕ ਅਥਾਰਟੀ ਕਿਹੜੀ ਹੈ। मतलब कि ਕਿਹੜੀ ਸੰਵਿਧਾਨਿਕ ਅਥਾਰਟੀ ਹੈ ਜਿਹੜੀ ਕਿਸੇ ਵੀ ਜਾਤੀ ਨੂੰ ਜਾਂ ਕਿਸੇ ਵੀ ਕਬੀਲੇ ਨੂੰ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲਾ ਐਲਾਨ ਸਕਦੀ ਹੈ। ਤਾਂ ਆਪਸ਼ਨ ਹੈ ਜੀ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਮਿਨਿਸਟਰ ਆਫ ਸੋਸ਼ਲ ਵੈਲਫੇਅਰ ਜਾਂ ਚੇਅਰਮੈਨ ਆਫ SC/ST ਕਮਿਸ਼ਨ। ਤਾਂ 13ਵੀਂ ਦਾ ਜੋ ਕਰੈਕਟ ਆਪਸ਼ਨ ਹੈ ਜੀ ਕਿਸੇ ਵੀ ਮੰਨ ਲਓ ਸਾਡੇ ਦੇਸ਼ ਵਿੱਚ ਕੋਈ ਵੀ ਜਾਤੀ ਹੈ ਜਾਂ ਕੋਈ ਵੀ ਕਬੀਲਾ ਉਸ ਨੂੰ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲਾ ਐਲਾਨਣ ਦਾ ਜੋ ਅਧਿਕਾਰ ਹੈ ਉਹ ਸਿਰਫ ਪ੍ਰੈਜ਼ੀਡੈਂਟ ਕੋਲ ਹੈ। ਤਾਂ ਕੁਐਸਚਨ ਦਾ ਆਪਸ਼ਨ ਕਿਹੜਾ ਕਰੈਕਟ ਬਣਦਾ ਜੀ ਆਪਸ਼ਨ ਨੰਬਰ ਏ ਕਰੈਕਟ ਆਪਸ਼ਨ ਬਣਦਾ ਕਿਉਂਕਿ ਪ੍ਰੈਜ਼ੀਡੈਂਟ ਕੋਲ ਹੀ ਇਹ ਹੱਕ ਹੈ। ਸੋ ਆਪਸ਼ਨ ਨੰਬਰ ਏ ਇਸ ਦਾ ਕੀ ਹੈ ਜੀ ਕਰੈਕਟ ਆਪਸ਼ਨ ਬਣਦਾ। ਠੀਕ ਹੈ ਜੀ। ਦ ਕੌਨਸਟੀਟਿਊਸ਼ਨਲ ਅਥਾਰਟੀ ਕੌਣ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਡਿਕਲੇਅਰ ਕਰਨ ਵਾਸਤੇ। 14ਵਾਂ क्वेश्चन देखो जी, हाउ मैनी टाइम डिड द प्रेजिडेंट ऑफ इंडिया डिक्लेयर नैशनल एमरजेंसी सो फॉर। ਭਾਰਤ ਦੇ ਰਾਸ਼ਟਰਪਤੀ ਨੇ ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਵਿਦਿਆਰਥੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਨੇ ਓਨਲੀ ਵਨਸ, ਓਨਲੀ ਟਵਾਈਸ, ਥਰਾਈਸ ਜਾਂ ਫਿਰ ਨੈਵਰ। ਜੀ ਜਿਹੜੇ ਵਿਦਿਆਰਥੀ ਸੀ ਆਨਸਰ ਦੇ ਰਹੇ ਨੇ ਆਪਸ਼ਨ ਨੰਬਰ ਸੀ ਜਿਹੜੇ ਕਹਿ ਰਹੇ ਨੇ 3 ਵਾਰ ਉਹ ਬਿਲਕੁਲ ਠੀਕ ਨੇ। ਠੀਕ ਹੈ ਜੀ। ਭਾਰਤ ਦੇ ਰਾਸ਼ਟਰਪਤੀ ਨੇ ਹੁਣ ਤੱਕ 3 ਵਾਰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸੋ ਜਿਹੜੇ ਵਿਦਿਆਰਥੀ ਇਹ ਦੇਖ ਰਹੇ ਨੇ ਵੀਡੀਓ ਉਹ ਸਾਨੂੰ ਇਹ ਦੱਸਣ ਕਿ ਇਹ ਤਾਂ ਤੁਸੀਂ ਦੱਸਦੇ ਨੈਸ਼ਨਲ ਐਮਰਜੈਂਸੀ ਕਿਹੜੇ ਆਰਟੀਕਲ 'ਚ ਡਿਕਲੇਅਰ ਕੀਤੀ ਜਾਂਦੀ ਹੈ। ਵਿਚ ਆਰਟੀਕਲ ਇਜ਼ ਰਿਲੇਟਡ ਵਿਦ ਨੈਸ਼ਨਲ ਐਮਰਜੈਂਸੀ। ਨੈਸ਼ਨਲ ਐਮਰਜੈਂਸੀ ਨਾਲ ਕਿਹੜਾ ਆਰਟੀਕਲ ਸੰਬੰਧਿਤ ਹੈ ਇਹ ਵੀ ਵਿਦਿਆਰਥੀ ਜ਼ਰੂਰ ਪੜ੍ਹ ਲੈਣ ਜਿਹੜੇ ਲਾਈਵ ਕਲਾਸ ਅਟੈਂਡ ਕਰ ਰਹੇ ਨੇ। ਠੀਕ ਹੈ ਜੀ। 3 ਵਾਰੀ ਇਹ ਘੋਸ਼ਿਤ ਕੀਤੀ ਗਈ ਹੈ। ਸੋ 15ਵਾਂ क्वेश्चन देखो जी, द डेट मैंशन इन द प्रिम्बल ऑफ इंडियन कॉन्स्टिट्यूशन इज। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦੱਸੀ ਗਈ ਮਿਤੀ ਕੀ ਹੈ। ਆਪਸ਼ਨ ਏ 26 ਜਨਵਰੀ 1949, ਆਪਸ਼ਨ ਬੀ 26 of November 1950, option C 26th of November 1949, option D 26th of January 1950। ਤਾਂ ਕਰੈਕਟ ਆਪਸ਼ਨ ਕਿਹੜਾ ਆਣਾ ਚਾਹੀਦਾ ਹੈ ਜੀ। ਚਾਰੋਂ ਆਪਸ਼ਨਾਂ ਵਿੱਚੋਂ ਕਰੈਕਟ ਆਪਸ਼ਨ ਕਿਹੜਾ ਹੈ ਜੀ 15ਵੇਂ ਦਾ। 10 ਸਕਿੰਟ ਹੀ ਅਸੀਂ ਦੇਵਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੈ। ਸੋ 75 ਕੁਐਸਚਨ ਅਸੀਂ ਕਵਰ ਕਰ ਰਹੇ ਨੇ। ਅਸੀਂ 15ਵੇਂ क्वेश्चन ਤੇ ਹੁਣ ਪਹੁੰਚੇ ਹਾਂ। 15ਵਾਂ क्वेश्चन ਹੈ ਜੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦੱਸੀ ਗਈ ਮਿਤੀ ਕਿਹੜੀ ਹੈ। ਤਾਂ ਇਸ ਦਾ ਜੋ ਕਰੈਕਟ ਆਪਸ਼ਨ ਬਣਦਾ ਸੀ ਉਹ ਬਣਦਾ ਸੀ ਜੀ ਆਪਸ਼ਨ ਨੰਬਰ ਸੀ 26 of November 1949। ਤਾਂ ਸੀ ਆਪਸ਼ਨ ਕਰੈਕਟ ਆਪਸ਼ਨ ਹੈ ਇੱਥੇ। The date mentioned in the preamble of Indian Constitution is 26th of November 1949। ਠੀਕ ਹੈ ਜੀ। ਇਹ ਮੈਂਸ਼ਨ ਕੀਤੀ ਗਈ ਹੈ कॉन्स्टिट्यूशन विच, इंडियन कॉन्स्टिट्यूशन विच। सो अगे चलते हैं जी। 16वां क्वेश्चन, विच ऑफ द फॉलोइंग इज नॉट इंक्लूडेड इन द फंडामेंटल राइट्स ऑफ कॉन्स्टिट्यूशन। हेठ लिखियां विचों किहड़ा संविधान के मौलिक अधिकारां विच शामिल नहीं है। ऑप्शन ए राइट अगेंस्ट एक्सप्लोटेशन, ऑप्शन सी ऑप्शन बी राइट टू एडुकेट मीन्स ऑफ लिवलीहुड्स, ऑप्शन सी राइट टू इक्वलिटी या फिर ऑप्शन डी राइट टू फ्रीडम। विच ऑफ द फॉलोइंग इज नॉट इंक्लूडेड इन फंडामेंटल राइट्स ऑफ द कॉन्स्टिट्यूशन। देन राइट टू एडुकेट मीन्स ऑफ लिवलीहुड्स इज नॉट इंक्लूडेड इन फंडामेंटल राइट्स ऑफ कॉन्स्टिट्यूशन। ठीक है जी।
ਰਾਈਟ ਟੂ ਐਡਿਕੁਏਟ ਮੀਨਸ ਆਫ ਲਿਵਲੀਹੁੱਡ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਨਹੀਂ ਹੈ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ? ਆਪਸ਼ਨ ਨੰਬਰ ਬੀ ਇਜ਼ ਕਰੈਕਟ। ਆਪਸ਼ਨ ਨੰਬਰ बी इज करेक्ट। फंडामेंटल राइट्स राइट टू एडुकेट मीन्स ऑफ लिवलीहुड नहीं है। 17वां क्वेश्चन देखो जी, 17th क्वेश्चन, द कॉन्स्टिट्यूशन ऑफ इंडिया इस्टैब्लिश ए पार्लियामेंट सिस्टम ऑफ गवर्नमेंट फॉलोइंग द पैटर्न ऑफ। भारत के संविधान ने किस दे पैटर्न ते संसदीय प्रणाली की स्थापना की है? ऑप्शन ए है कनाडा, ऑप्शन बी स्वीडन, ऑप्शन सी फ्रांस, ऑप्शन डी ब्रिटेन। भारत के संविधान ने किस दे पैटर्न ते संसदीय प्रणाली की स्थापना की है जी? जेड़े विद्यार्थी इसका आंसर ब्रिटेन दे रहे ने वह बिल्कुल करैक्ट ने जी। इसका ऑप्शन है जी ऑप्शन नंबर डी, ब्रिटेन इसका बिल्कुल करैक्ट आंसर है। ब्रिटेन के पैटर्न ते भारत ने संसदीय प्रणाली है जो विकसित की है। सो अगले क्वेश्चन वाल चलते हैं। 18वां क्वेश्चन, बाय विच अमेंडमेंट ऑफ द इंडियन कॉन्स्टिट्यूशन वर द फंडामेंटल ड्यूटीज ऑफ सिटीजन इंसर्टेड। भारतीय संविधान की किस सोध द्वारा नागरिक के बुनियादी कर्तव्यों को शामिल किया गया सी? ऑप्शन ए 42nd अमेंडमेंट, ऑप्शन बी 43rd अमेंडमेंट, ऑप्शन सी 40th अमेंडमेंट, ऑप्शन डी 41st अमेंडमेंट। तो फंडामेंटल ड्यूटीज ने जड़ियां वो किस शोध द्वारा संविधान विच शामिल कीतियां गईयां सी जी? जेड़े ए ऑप्शन दे रहे ने 42nd अमेंडमेंट जो कि 1976 विच होई सी, तां यह बिल्कुल करैक्ट ऑप्शन है जी, ऑप्शन नंबर ए। 42वीं शोध जो कि 1976 विच होई सी वो इसका बिल्कुल करैक्ट ऑप्शन है। 19वां क्वेश्चन, द प्रेजिडेंट ऑफ इंडिया कैन डिक्लेयर फाइनेंशियल एमरजेंसी अंडर विच आर्टिकल। भारत के राष्ट्रपति किस अनुच्छेद के तहत वित्तीय एमरजेंसी की घोषणा करते हैं? आर्टिकल 363, आर्टिकल 356, आर्टिकल 350 या फिर नन ऑफ दीज। तो इसका करैक्ट ऑप्शन वैसे तो नन ऑफ दीज है, क्योंकि आर्टिकल नंबर 360 इज रिलेटेड विद फाइनेंशियल एमरजेंसी। आर्टिकल 360 इज रिलेटेड विद फाइनेंशियल एमरजेंसी। सो ऑप्शन करेक्ट इज ऑप्शन नंबर डी, नन ऑफ दीज। ठीक है जी, फाइनेंशियल एमरजेंसी नाल आर्टिकल नंबर 360 रिलेटेड है। 20th क्वेश्चन, हाउ मैनी आइटम्स आर देयर इन 12th शेड्यूल ऑफ द कॉन्स्टिट्यूशन ऑफ इंडिया। भारत के संविधान की 11वीं अनुसूची विच किन्नियां मद्दां हन? तो भारत के संविधान की 11वीं अनुसूची विच ए 22, बी 24, सी 29, डी 32। तो भारत के संविधान की 11वीं अनुसूची विच 24 ने जी। 11वीं अनुसूची विच 24 ने। 20वें का जो करैक्ट ऑप्शन है वह बी है जी। 24 ने आइटम्स 12th शेड्यूल विच, 29 नहीं हैगियां। सो अगे चलते हैं। 21वां क्वेश्चन, द सुप्रीम कोर्ट ऑफ इंडिया इनिशिएटेड द डॉक्ट्रिन ऑफ बेसिक स्ट्रक्चर ऑफ कॉन्स्टिट्यूशन इन। इंपोर्टेंट है जी यह क्वेश्चन। भारत की सुप्रीम कोर्ट ने संविधान के बुनियादी ढांचे के सिद्धांत की व्याख्या की सी। केशवनंदा भारती केस 1973, द गोलकनाथ केस इन 1967, द शंकर प्रसाद केस इन 1951, द सज्जन सिंह केस इन 1967। तो इसका जिहड़ा करैक्ट ऑप्शन है जी वह आना सी ऑप्शन नंबर ए, केशवानंदा भारती केस जो कि 1973 विच होया सी। उस विच भारत की सुप्रीम कोर्ट ने संविधान के बुनियादी ढांचे के सिद्धांत की व्याख्या की सी। सो नोट करना है करैक्ट ऑप्शन ऑप्शन नंबर ए। ठीक है जी, यह वही टेस्ट है जो साडे टैलीग्राम ग्रुप विच कुछ दिन पहला लिया गया सी। अज असीं इसदी ठीक है जी
ਜਿਹੜੀ ਹੈਗੀ ਆ ਉਹ डिटेल या आंसर कीज तुसी ला लो वो कर रहे हैं। 22वां क्वेश्चन, इत्थे काफ़ी विद्यार्थियों ने आंसर गलत लाया हुआ सी। हु इज़ द हाईएस्ट लॉ ऑफिसर ऑफ स्टेट, राज का सब तो उच्चा कानून अधिकारी कौन है? सोलिसिटर जनरल, सैकटरी जनरल, एडवोकेट जनरल या फिर अटॉर्नी जनरल। ठीक है जी, इत्थे काफ़ी विद्यार्थियों ने गलत आंसर लाया हुआ सी। देखो हुण भी कोई अटॉर्नी जनरल भी विद्यार्थी दस रहे ने कि अटॉर्नी जनरल, तो अटॉर्नी जनरल स्टेट का नहीं है, इत्थे राज का सब तो उच्चा अधिकारी पूछा गया सी। ठीक है जी, तो काफ़ी विद्यार्थियों ने स्टेट का एडवोकेट जनरल हुंदा। ठीक है जी, स्टेट का एडवोकेट जनरल हुंदा, बिल्कुल करैक्ट हो जी तुसी। 22वें का ऑप्शन जिहड़ा करैक्ट है वो है जी ऑप्शन नंबर सी। ऑप्शन नंबर सी इज द करैक्ट ऑप्शन है। हुण जिहड़े विद्यार्थी लाइव क्लास अटेंड कर रहे हैं ਉਹ ਸਾਨੂੰ ਸੁਝਾਅ ਜ਼ਰੂਰ ਦੇਣ ਕਿ ਅਸੀਂ ਅਗਲਾ ਜਿਹੜਾ ਮੌਕ ਟੈਸਟ ਹੈ ਉਹ ਕਿਹੜੇ ਸਬਜੈਕਟ ਦਾ ਲਈਏ। ਜਿਹੜਾ ਨੈਕਸਟ ਮੌਕ ਟੈਸਟ ਹੋਣਾ ਉਹ ਕਿਸ ਸਬਜੈਕਟ ਦਾ ਲਈਏ, ਇਹ ਵੀ ਵਿਦਿਆਰਥੀ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਣ ਤਾਂ ਕਿ ਸਾਡੇ ਐਗਜ਼ਾਮ ਕੰਟਰੋਲਰ ਅਗਲਾ ਟੈਸਟ ਵੀ ਤਿਆਰ ਕਰਨ। ਜਿਹੜੇ ਵੀ ਸਬਜੈਕਟ ਦਾ ਤੁਸੀਂ ਟੈਸਟ ਚਾਹੁੰਦੇ ਹੋ उस सबजैक्ट बारे तुसी दस सकते हो किहड़े सबजैक्ट का नैक्सट मॉक टैस्ट है जो वो टैलीग्राम ग्रुप विच लिया जाए ताकि तुहाडे आने वाले एग्जाम्स वास्ते वधिया मतलब कि तुसी तैयारी कर सको। सबजैक्ट नेम दसना है क्योंकि कई विद्यार्थी कह रहे हैं जीके दा लो, जीके दे अंदर भी काफ़ी सबजैक्ट ने क्योंकि हिस्टरी, पॉलिटी, जियोग्राफी, इन्वायरमेंट साइंस, स्टैटिक जीके, एक टॉपिक तुसी दस दो कि किहड़े टॉपिक का टेस्ट होना चाहिए। ठीक है जी, हिस्टरी च जिवें कई विद्यार्थी दस रहे हिस्टरी च 3 ने जी, एनीशेंट, मॉडर्न, ठीक है जी, ते मिडेवल, ते किहड़े दा मतलब कि तुसी टेस्ट चाहते हो जो भी विद्यार्थी देख रहे हैं। सो असी उस अकॉर्डिंग अगला टेस्ट भी कंडक्ट करावांगे बहुत जल्दी। तो असी इत्थे विद्यार्थियों नूं दसना चाहांगे कि PSSB क्लर्क ते वीडियो वास्ते भी असी बहुत जल्द एक फुल मॉक टैसट है जो वो कंडक्ट कराएंगे। मॉक टैसट की रजिस्ट्रेशन है जो वो बिल्कुल फ्री ऑफ कॉस्ट मॉक टैसट कंडक्ट कराया जाऊगा। सो सारे विद्यार्थी अपने यारां दोस्तां नूं जरूर दस देण ताकि वो साडे टैलीग्राम ग्रुप के मैंबर जरूर बनन, साडे टैलीग्राम ग्रुप नूं ज्वाइन कर लैण ताकि सारे ही विद्यार्थी इस मॉक टैसट का जो कि फुल फ्लैश्ड मॉक टैसट होना है PSSB क्लर्क ते वीडियो वास्ते इसका हिस्सा बन सकन। इस दे बारे अपडेट है जो टैलीग्राम ग्रुप विच दस दी जाऊगी। तो जेड़े कि जिमें विद्यार्थियों ने दस्या कि मॉडर्न हिस्टरी का टैसट लेना जरूरी है। सो नैक्सट मॉक टैसट है जो हो मॉडर्न हिस्टरी ते होगा। इत्थे विद्यार्थियों को यह भी असी दस देंगे मॉडर्न हिस्टरी के टैसट तो बाद फुल फ्लैश्ड मॉक टैसट होगा PSSB क्लर्क ते वीडियो के एग्जाम वास्ते। सो अगे चलते हैं। 23rd क्वेश्चन, वेस्ट बंगाल लेजिस्लेटिव काउंसिल वाज अबोलिश्ड इन विच ईयर? पश्चिमी बंगाल विधानसभा नूं किस साल खत्म कर दिता गया सी? 1969, 1971, 1972 या फिर 1973। तो जिहड़ा इत्थे इसका करैक्ट ऑप्शन आना चाहिए सी पश्चिमी बंगाल, वेस्ट बंगाल लेजिस्लेटिव काउंसिल नूं कदों खत्म कर दिता गया सी? तो इसका करैक्ट ऑप्शन है जी ऑप्शन नंबर ए 1969। 1969 विच वेस्ट बंगाल लेजिस्लेटिव काउंसिल है जो उसनों खत्म कर दिता गया सी। ठीक है जी, अगे चलते हैं। 24वां क्वेश्चन, ये तो बिल्कुल सिंपल क्वेश्चन सी। ठीक है जी, बिल्कुल सिंपल क्वेश्चन सी है। एन अपील ऑफ अ हाई कोर्ट लाइज इन द केस द सैशन कोर्ट हैज़ अवॉर्डेड द पनिशमेंट ऑफ। सैशन कोर्ट ने किन्ने साल की सज़ा सुनाई है तो हाई कोर्ट विच अपील की जा सकती है। मतलब कि उन्होंने दस्या तुहानू कि किहड़े साल विच सॉरी सैशन कोर्ट ने मतलब कि किन्ने साल की सज़ा सुनाई है तो तुसी हाई कोर्ट विच अपील कर सकते हो। जेकर जिहड़ी सैशन कोर्ट है अपनी वो 4 साल या 4 साल तो वध की सज़ा करती है तो तुसी हाई कोर्ट विच अपील कर सकते हो। ठीक है जी, तो इसका जिहड़ा करैक्ट ऑप्शन आना सी जी
ਉਹ ਸੀ ਆਪਸ਼ਨ ਨੰਬਰ ਡੀ। ਜੇਕਰ ਤੁਹਾਨੂੰ 4 ਸਾਲ ਜਾਂ 4 ਸਾਲ ਤੋਂ ਵੱਧ ਦੀ ਸਜ਼ਾ ਸੈਸ਼ਨ ਕੋਰਟ ਵੱਲੋਂ ਸੁਣਾਈ ਜਾਂਦੀ ਹੈ ਤਾਂ ਤੁਸੀਂ ਹਾਈ ਕੋਰਟ ਵਿੱਚ ਅਪੀਲ ਫਾਈਲ ਕਰ ਸਕਦੇ ਹੋ। ਦੈਨ ਕਰੈਕਟ ਆਪਸ਼ਨ ਇਜ਼ ਆਪਸ਼ਨ ਨੰਬਰ ਡੀ। ਠੀਕ ਹੈ ਜੀ, 4 ਜਾਂ 4 ਤੋਂ ਵੱਧ ਦੀ ਸਜ਼ਾ ਜੇਕਰ ਸੁਣਾਈ ਜਾਂਦੀ ਹੈ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। 25th question. There is no provision in the Constitution of India for the impeachment of। ਭਾਰਤ ਦੇ ਸੰਵਿਧਾਨ ਵਿੱਚ ਕਿਸ ਦੇ ਮਹਾਦੋਸ਼ ਦੀ ਕੋਈ ਵਿਵਸਥਾ ਨਹੀਂ ਹੈ। ਠੀਕ ਹੈ ਜੀ, ਇੰਪੀਚਮੈਂਟ ਪ੍ਰੋਸੀਜਰ ਕਿਸ ਦਾ ਇੰਡੀਅਨ ਕਨਸਟੀਟਿਊਸ਼ਨ ਵਿੱਚ ਦੱਸਿਆ ਨਹੀਂ ਗਿਆ। ਆਪਸ਼ਨ ਏ ਚੀਫ ਜਸਟਿਸ, ਆਪਸ਼ਨ ਬੀ ਚੀਫ ਜਸਟਿਸ ਆਫ ਹਾਈ ਕੋਰਟ, ਆਪਸ਼ਨ ਸੀ ਗਵਰਨਰ ਤੇ ਆਪਸ਼ਨ ਡੀ ਵਾਈਸ ਪ੍ਰੈਜ਼ੀਡੈਂਟ। ਤਾਂ ਜਿਹੜਾ ਇਸ ਦਾ ਕਰੈਕਟ ਹੈ, ਪ੍ਰੋਵੀਜ਼ਨ ਕਿਸ ਦੀ ਨਹੀਂ ਦੱਸੀ ਗਈ, ਤਾਂ ਗਵਰਨਰ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ ਦੱਸੀ ਗਈ ਹੈ ਜੀ। ਗਵਰਨਰ ਦੇ ਇੰਪੀਚਮੈਂਟ ਦੀ ਕੋਈ ਵੀ ਜਿਹੜੀ ਪ੍ਰੋਵੀਜ਼ਨ ਹੈ ਉਹ ਕਨਸਟੀਟਿਊਸ਼ਨ ਵਿੱਚ ਮੈਂਸ਼ਨ ਨਹੀਂ ਹੈ। ਠੀਕ ਹੈ ਜੀ, ਤਾਂ ਆਪਸ਼ਨ ਸੀ ਇਜ਼ ਦੀ ਕਰੈਕਟ ਆਪਸ਼ਨ। ਗਵਰਨਰ ਦੀ ਇੰਪੀਚਮੈਂਟ ਦੀ ਕੋਈ ਨਹੀਂ ਹੈ। ਠੀਕ ਹੈ ਜੀ, ਆਪਸ਼ਨ ਏ ਚੀਫ ਜਸਟਿਸ ਦੀ ਤਾਂ ਇੰਪੀਚਮੈਂਟ ਦੀ ਹੈਗੀ ਹੈ ਜੀ। ਜਿਹੜੇ ਸਾਹਿਲ ਕਟਾਰੀਆ ਜੀ ਪੁੱਛ ਰਹੇ ਨੇ, ਚੀਫ ਜਸਟਿਸ ਦੀ ਇੰਪੀਚਮੈਂਟ ਦਾ ਪ੍ਰੋਸੀਜਰ ਕਨਸਟੀਟਿਊਸ਼ਨ ਵਿੱਚ ਦੱਸਿਆ ਗਿਆ ਹੈ ਜੀ। ਗਵਰਨਰ ਦੇ ਇੰਪੀਚਮੈਂਟ ਦਾ ਪ੍ਰੋਸੀਜਰ ਸਾਡੇ ਕਨਸਟੀਟਿਊਸ਼ਨ ਵਿੱਚ ਨਹੀਂ ਦੱਸਿਆ ਗਿਆ ਹੈ। ਅੱਗੇ ਚੱਲਦੇ ਹਾਂ ਜੀ। 26ਵਾਂ ਕੁਐਸਚਨ, ਇਨ ਵਿਚ ਈਅਰ ਵਾਜ਼ passed the Congress resolution or fundamental right and national economy policy। ਕਾਂਗਰਸ ਦਾ ਮਤਾ ਜਾਂ ਮੌਲਿਕ ਅਧਿਕਾਰ ਅਤੇ ਰਾਸ਼ਟਰੀ ਆਰਥਿਕ ਨੀਤੀ ਕਿਸ ਸਾਲ ਪਾਸ ਕੀਤੀ ਗਈ ਸੀ। ਆਪਸ਼ਨ ਏ 1921, ਆਪਸ਼ਨ ਬੀ 1931, ਆਪਸ਼ਨ ਸੀ 1935, ਆਪਸ਼ਨ ਡੀ ਸੀ 1940। ਕਾਂਗਰਸ ਦਾ ਮਤਾ ਜਾਂ ਮੌਲਿਕ ਅਧਿਕਾਰ ਅਤੇ ਰਾਸ਼ਟਰੀ ਆਰਥਿਕ ਨੀਤੀ ਨੂੰ ਕਿਸ ਸਾਲ ਪੇਸ਼ ਕੀਤਾ ਗਿਆ ਸੀ। ਤਾਂ ਇਸ ਨੂੰ ਪੇਸ਼ ਕੀਤਾ ਗਿਆ ਸੀ 1931 ਵਿੱਚ। ਆਪਸ਼ਨ ਬਿਲਕੁਲ ਬੀ ਕਰੈਕਟ ਹੈ। ਅਰਸ਼ਦੀਪ ਕੌਰ ਜੀ ਆਨਸਰ ਦੇ ਰਹੇ ਨੇ। ਆਪਸ਼ਨ ਬੀ ਬਿਲਕੁਲ ਕਰੈਕਟ ਆਨਸਰ ਹੈ ਜੀ ਇਸ ਦਾ। ਵਿਦਿਆਰਥੀ ਨਾਲ ਨਾਲ ਆਨਸਰ ਦਿੰਦੇ ਨੇ, ਉਸ ਦੇ ਨਾਲ ਸਾਡਾ ਵੀ ਹੌਸਲਾ ਵੱਧਦਾ ਹੈ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹੋ ਜਿਹੇ ਕੁਐਸਚਨ ਤੇ ਇਹੋ ਜਿਹਾ ਸਟੱਡੀ ਮਟੀਰੀਅਲ ਵਿਦਿਆਰਥੀਆਂ ਵਾਸਤੇ ਲੈ ਕੇ ਆ ਸਕੀਏ ਜੋ ਕਿ ਵੱਡੀ ਅਕੈਡਮੀਜ਼ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਪੈਸੇ ਲੈ ਕੇ ਪ੍ਰੋਵਾਈਡ ਕਰਾਉਂਦੀਆਂ ਨੇ। ਸਾਡਾ ਮੇਨ ਮੋਟੋ ਵਿਦਿਆਰਥੀਆਂ ਨੂੰ ਵਧੀਆ ਤੋਂ ਵਧੀਆ ਤਿਆਰੀ ਕਰਾਉਣਾ ਤੇ ਬਿਨਾਂ ਕਿਸੇ ਉਹਨਾਂ ਤੋਂ ਮੋਟੀ ਫੀਸ ਲਏ ਬਿਨਾਂ ਜਿਹੜੇ ਗਰੀਬ ਵਿਦਿਆਰਥੀ ਤਿਆਰੀ ਕਰਨਾ ਚਾਹੁੰਦੇ ਨੇ, ਸਾਡਾ ਮੋਟੋ ਹਮੇਸ਼ਾ ਤੋਂ ਇਹੀ ਰਿਹਾ ਕਿ ਜਿਹੜੇ ਵੀ ਵਿਦਿਆਰਥੀ ਕਿਸੇ ਅਕੈਡਮੀ ਵਿੱਚ ਪੇ ਨਹੀਂ ਕਰ ਸਕਦੇ, ਜੋ ਕਿ ਪਰਿਵਾਰ ਪੱਖੋਂ ਬਹੁਤ ਜ਼ਿਆਦਾ ਗਰੀਬ ਨੇ ਜਾਂ ਫਿਰ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਇਹੋ ਜਿਹੀ ਹੈ ਕਿ ਉਹ ਕਿਤੇ ਪੇ ਨਹੀਂ ਕਰ ਸਕਦੇ ਪਰ ਉਹ ਸਰਕਾਰੀ ਨੌਕਰੀ ਲੱਗਣਾ ਚਾਹੁੰਦੇ ਨੇ ਜਾਂ ਫਿਰ ਉਹ ਜੋਬ ਲੈਣਾ ਚਾਹੁੰਦੇ ਨੇ, ਤਾਂ ਇਹੋ ਜਿਹੇ ਵਿਦਿਆਰਥੀ ਸਾਡੇ ਨਾਲ ਜੁੜਨ। ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਤਿਆਰੀ ਕਰਵਾਵਾਂਗੇ ਤੇ ਉਹਨਾਂ ਦਾ ਉਹ ਸੁਪਨਾ ਸਰਕਾਰੀ ਨੌਕਰੀ ਲੱਗਣ ਦਾ ਬਿਲਕੁਲ ਸਾਕਾਰ ਆਪਾਂ ਕਰਵਾਵਾਂਗੇ। ਸੋ ਵੱਧ ਤੋਂ ਵੱਧ ਵਿਦਿਆਰਥੀ ਸਾਡੇ ਨਾਲ ਜੁੜਨ। ਸਾਡਾ ਮੇਨ ਮੋਟੋ ਵਿਦਿਆਰਥੀਆਂ ਨੂੰ ਨੌਕਰੀ ਦਿਵਾਉਣਾ, ਨਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਕਮਾਉਣਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਚੈਨਲ ਵੱਲੋਂ ਸਾਰਾ ਕੁਝ ਹੀ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਇਆ ਜਾਂਦਾ ਹੈ। ਹਾਂ, ਜਿਹੜੀਆਂ ਇਹ ਬੁੱਕਸ ਨੇ, ਕਈ ਵਿਦਿਆਰਥੀਆਂ ਨੂੰ ਰਹਿੰਦਾ ਹੈ ਕਿ ਜਿਹੜੇ ਬੁੱਕਸ ਨੇ ਜੀ ਉਹ ਤੁਸੀਂ ਪੈਸਿਆਂ 'ਚ ਵੇਚ ਰਹੇ ਹੋ, ਤਾਂ ਬੁੱਕਸ 'ਚ ਜੋ ਮਟੀਰੀਅਲ ਹੈਗਾ, ਜੋ ਮਟੀਰੀਅਲ ਅਸੀਂ ਬੁੱਕਸ 'ਚ ਪ੍ਰੋਵਾਈਡ ਕਰਾ ਰਹੇ ਹਾਂ ਉਹ ਅਸੀਂ ਆਪਣੇ ਟੈਲੀਗ੍ਰਾਮ ਗਰੁੱਪ ਵਿੱਚ ਵੀ ਪੋਸਟ ਕਰਦੇ ਰਹਿੰਦੇ ਹਾਂ। ਸੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਟੈਲੀਗ੍ਰਾਮ ਗਰੁੱਪ ਵਿੱਚ ਮਟੀਰੀਅਲ ਨਹੀਂ ਪ੍ਰੋਵਾਈਡ ਕਰਾ ਰਹੇ। ਜੋ ਬੁੱਕ ਵਿੱਚ ਮਟੀਰੀਅਲ ਹੈ ਉਹ ਅਸੀਂ ਕੰਬਾਈਨ ਕਰਕੇ ਦੇ ਦਿੰਦੇ ਹਾਂ ਤਾਂ ਕਿ ਜਿਹੜੇ ਵਿਦਿਆਰਥੀ ਕੰਬਾਈਨ ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ। ਸਾਡੇ ਅਕੋਰਡਿੰਗ ਜਿਹੜੇ ਵਿਦਿਆਰਥੀ ਸਾਡੇ ਕੋਲ ਪੜ੍ਹ ਰਹੇ ਨੇ, ਉਹ ਵਿਦਿਆਰਥੀ ਜਿਹੜਾ ਅਸੀਂ ਇੱਕ ਪੋਸਟ ਡੇਲੀ ਸ਼ੇਅਰ ਕਰਦੇ ਹਾਂ, ਉਸ ਪੋਸਟ ਨੂੰ ਜੇਕਰ ਉਹ ਕਿਤੇ ਵੀ ਨੋਟ ਕਰ ਲੈਂਦੇ ਨੇ ਤਾਂ ਉਹ ਉਹਨਾਂ ਦੀ ਬੁੱਕ ਵਰਗੀ ਹੀ ਬਣ ਜਾਂਦੀ ਹੈ। ਨੋਟ ਕਰਨ ਨਾਲ ਉਹਨਾਂ ਨੂੰ ਯਾਦ ਵੀ ਹੋ ਜਾਊਗਾ ਤੇ ਇੱਕ ਪੋਸਟ 'ਚ ਸਾਨੂੰ ਨਹੀਂ ਲੱਗਦਾ ਅਸੀਂ 5 ਕੁਐਸਚਨ ਸ਼ੇਅਰ ਕਰਦੇ ਨੇ, ਜਿਹੜੇ ਕਿ 5 ਜਾਂ 10 ਕੁਐਸਚਨ ਹੁੰਦੇ ਨੇ, ਜਿਹੜੇ ਵਿਦਿਆਰਥੀਆਂ ਵਾਸਤੇ ਕੋਈ ਔਖਾ ਨਹੀਂ ਹੈ। ਸੋ ਇੱਕ ਵਾਰੀ ਦੁਬਾਰੇ ਕੁਐਸਚਨਾਂ ਵੱਲ ਆਵਾਂਗੇ। 27ਵਾਂ ਕੁਐਸਚਨ, ਦੀ ਕਨਸਟੀਟਿਊਸ਼ਨ ਆਫ ਇੰਡੀਪੈਂਡੈਂਟ ਇੰਡੀਆ ਵਾਜ਼ ਪੁੱਟ ਇਨ ਪ੍ਰੈਕਟਿਸ ਔਨ। ਸੁਤੰਤਰ ਭਾਰਤ ਦਾ ਸੰਵਿਧਾਨ ਕਿਸ ਦਿਨ ਲਾਗੂ ਕੀਤਾ ਗਿਆ ਸੀ।
ऑप्शन ए 26th of January 1950, ऑप्शन बी 26th of January 1951, ऑप्शन सी 15th August 1947, ऑप्शन डी 26th of November 1949। ਤਾਂ 27th क्वेश्चन ਦਾ ਜੀ ਜਿਹੜੇ ਵੀ ਵਿਦਿਆਰਥੀ ਆਨਸਰ ए ਦੇ ਰਹੇ ਨੇ ਤਾਂ ਬਿਲਕੁਲ ਕਰੈਕਟ ਨੇ ਜੀ। ਸੁਤੰਤਰ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਤਾਂ ਆਪਸ਼ਨ ए ਇਜ਼ ਦਾ ਬਿਲਕੁਲ ਕਰੈਕਟ ਆਪਸ਼ਨ ਆਣਾ ਸੀ। ਆਪਸ਼ਨ ए ਇਜ਼ ਦੀ ਕਰੈਕਟ ਆਪਸ਼ਨ। 28th question, which article of the Constitution of India gives a working definition of Indian state? ਇਹ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਟੇਟ ਲੈਵਲ ਐਗਜ਼ਾਮਸ ਦੇ ਲਈ, ਸੈਂਟਰਲ ਲੈਵਲ ਐਗਜ਼ਾਮਸ ਦੇ ਲਈ ਕਾਫੀ ਇੰਪੋਰਟੈਂਟ ਹੈ ਇਹ ਕੁਐਸਚਨ। which article of the Constitution of India gives a working definition of Indian state? ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤੀ ਰਾਜ ਦੀ ਕਾਰਜਕਾਰੀ ਪਰਿਭਾਸ਼ਾ ਦਿੰਦਾ ਹੈ? ਤਾਂ ਇਹ ਜਿਹੜੇ ਵਿਦਿਆਰਥੀ 28ਵੇਂ ਕੁਐਸਚਨ ਦਾ ਜਿਹੜੇ ਵਿਦਿਆਰਥੀ ਆਪਸ਼ਨ ਏ ਆਨਸਰ ਦੇ ਰਹੇ ਨੇ ਜੀ ਨਹੀਂ, ਆਰਟੀਕਲ ਨੰਬਰ 10 ਨਹੀਂ ਹੈ ਵਰਕਿੰਗ ਜਿਹੜੇ ਦਿੰਦੇ ਨੇ, ਜਿਹੜੇ ਵਰਕਿੰਗ ਡੈਫੀਨੇਸ਼ਨ ਦੇ ਰਹੇ ਨੇ ਜੀ, ਠੀਕ ਹੈ, ਉਹ ਆਰਟੀਕਲ ਨੰਬਰ 10 ਨਹੀਂ ਹੈ ਜੀ। ਜਿਹੜੇ ਵਰਕਿੰਗ ਡੈਫੀਨੇਸ਼ਨ ਦੇ ਰਹੇ ਨੇ ਉਹ ਆਰਟੀਕਲ ਨੰਬਰ 10 ਨਹੀਂ ਹੈ। ਸੋ ਵਿਦਿਆਰਥੀ ਸਾਨੂੰ ਦੱਸਣ। ਸੋ ਇਸ ਦਾ ਜਿਹੜਾ ਕਰੈਕਟ ਆਪਸ਼ਨ ਹੈ 28ਵੇਂ ਦਾ ਉਹ ਹੈ ਜੀ ਆਪਸ਼ਨ ਨੰਬਰ ਸੀ। ਆਰਟੀਕਲ ਨੰਬਰ 12 ਹੈ ਜੋ ਸੰਵਿਧਾਨ ਦਾ ਜੋ ਆਰਟੀਕਲ ਨੰਬਰ 12 ਹੈ ਉਹ ਵਰਕਿੰਗ ਡੈਫੀਨੇਸ਼ਨ ਦਿੰਦਾ ਹੈ ਇੰਡੀਅਨ ਸਟੇਟ ਦੀ। ਉਹ ਕੀ ਦਿੰਦਾ ਜੀ? ਵਰਕਿੰਗ ਡੈਫੀਨੇਸ਼ਨ ਦਿੰਦਾ ਕਿਸ ਦੀ? ਇੰਡੀਅਨ ਸਟੇਟ ਦੀ। ਠੀਕ ਹੈ ਜੀ, ਉਹ ਵਰਕਿੰਗ ਡੈਫੀਨੇਸ਼ਨ ਦਿੰਦਾ ਇੰਡੀਅਨ ਸਟੇਟ ਦੀ। ਸੋ ਕਰੈਕਟ ਹੈ ਜੀ ਸਭ ਨੂੰ। ਥੋੜਾ ਜਿਹਾ ਜਿਹੜੇ ਵਿੱਚ ਇਹ ਕਮੈਂਟਸ ਵਗੈਰਾ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਨੇ ਸੋ ਪਲੀਜ਼ ਦੂਰ ਰਹਿਣ ਜੀ, ਕਿਉਂਕਿ ਸਟੱਡੀ ਚੈਨਲ ਹੈ ਇੱਕ ਤਰ੍ਹਾਂ ਦਾ, ਬਹੁਤ ਸਾਰੇ ਵਿਦਿਆਰਥੀ ਜੁੜੇ ਹੋਏ ਨੇ। ਸੋ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਨੇ ਲਾਈਵ 'ਚ ਕਮੈਂਟਸ ਵਗੈਰਾ ਇਹੋ ਜਿਹੇ ਕਰਦੇ ਨੇ ਸੋ ਪਲੀਜ਼ ਉਹਨਾਂ ਨੂੰ ਬੇਨਤੀ ਹੈ ਸਾਡੀ ਕਿ ਸੋ ਅੱਗੇ ਚੱਲਦੇ ਹਾਂ ਜੀ। ਸਕਸੈਸਫੁਲੀ ਅਸੀਂ ਉਹਨਾਂ ਨੂੰ ਬਲੌਕ ਕਰਤਾ ਹੈ, ਅੱਗੇ ਚੱਲਦੇ ਹਾਂ। 29ਵਾਂ ਕੁਐਸਚਨ, ਰਾਜ ਸਭਾ ਇੰਜੋਏ more powers than Lok Sabha in case of money bill, non-money bill, amendment of the constitution, setting up of new all Indian services। ਕਹਿੰਦੇ ਜੀ ਰਾਜ ਸਭਾ ਕਿਸ ਮਾਮਲੇ ਵਿੱਚ ਲੋਕ ਸਭਾ ਨਾਲੋਂ ਵੱਧ ਸ਼ਕਤੀਆਂ ਪ੍ਰਾਪਤ ਕਰਦੀ ਹੈ? ਤਾਂ ਰਾਜ ਸਭਾ ਕਿਸ ਮਤੇ ਵਿੱਚ ਲੋਕ ਸਭਾ ਤੋਂ ਵੱਧ ਸ਼ਕਤੀਆਂ ਪ੍ਰਾਪਤ ਕਰਦੀ ਹੈ? 29 ਦਾ ਕਰੈਕਟ ਆਪਸ਼ਨ ਕੀ ਹੋਊਗਾ ਜੀ? ਸਟੂਡੈਂਟਸ ਦੱਸਣ। ਤਾਂ 29 ਦਾ ਜੋ ਕਰੈਕਟ ਆਪਸ਼ਨ ਹੋਊਗਾ ਜੀ ਉਹ ਹੋਊਗਾ ਜੀ ਆਪਸ਼ਨ ਨੰਬਰ ਡੀ। ਆਪਸ਼ਨ ਨੰਬਰ ਡੀ ਇਜ਼ ਦੀ ਕਰੈਕਟ ਆਪਸ਼ਨ। ਆਪਸ਼ਨ ਨੰਬਰ ਡੀ, ਸੈਟਿੰਗ ਅਪ ਆਫ ਨਿਊ ਆਲ ਇੰਡੀਆ ਸਰਵਿਸਿਜ਼। ਠੀਕ ਹੈ ਜੀ, ਇਸ ਮਾਮਲੇ ਵਿੱਚ ਰਾਜ ਸਭਾ ਹੈ ਜੋ ਉਹ ਲੋਕ ਸਭਾ ਨਾਲੋਂ ਵੱਧ ਸ਼ਕਤੀਆਂ ਪ੍ਰਦਾਨ ਕਰਦੀ ਹੈ। ਜੋ ਵਿਦਿਆਰਥੀ ਮਨੀ ਬਿੱਲ ਦੱਸ ਰਹੇ ਨੇ, ਦੇਖੋ ਮਨੀ ਬਿੱਲ ਤਾਂ ਓਨਲੀ ਇੰਟਰੋਡਿਊਸ ਹੀ ਲੋਕ ਸਭਾ ਵਿੱਚ ਹੁੰਦਾ ਹੈ। ਸਾਡੇ ਅਕੋਰਡਿੰਗ ਮਨੀ ਬਿੱਲ ਸ਼ਾਇਦ ਇੰਟਰੋਡਿਊਸ ਹੀ ਲੋਕ ਸਭਾ ਵਿੱਚ ਹੁੰਦਾ ਹੈ, ਰਾਜ ਸਭਾ ਵਿੱਚ ਨਹੀਂ ਹੁੰਦਾ। ਸੋ ਪਾਵਰਾਂ ਕਿਵੇਂ ਵੱਧ ਉਸ ਦੇ ਨਾਲ ਯੂਜ਼ ਕਰਨਗੇ। ਸੋ ਇਸ ਦਾ ਕਰੈਕਟ ਆਪਸ਼ਨ ਬਣਦਾ ਸੈਟਿੰਗ ਅਪ ਆਫ ਨਿਊ ਆਲ ਇੰਡੀਆ ਸਰਵਿਸਿਜ਼। 30th question, a federal structure for India was first put forward by। ਭਾਰਤ ਲਈ ਸੰਘੀ ਢਾਂਚਾ ਸਭ ਤੋਂ ਪਹਿਲਾਂ ਕਿਸ ਦੁਆਰਾ ਪੇਸ਼ ਕੀਤਾ ਗਿਆ ਸੀ? ਠੀਕ ਹੈ ਜੀ, ਇੱਥੇ ਗੱਲ ਕਰ ਰਹੇ ਨੇ ਐਕਟ ਮਤਲਬ ਕਿ ਗਵਰਨਮੈਂਟ ਆਫ ਇੰਡੀਆ ਐਕਟ 1909, ਗਵਰਨਮੈਂਟ ਆਫ ਇੰਡੀਆ ਐਕਟ 1919, ਗਵਰਨਮੈਂਟ ਆਫ ਇੰਡੀਆ ਐਕਟ 1935 ਜਾਂ ਫਿਰ ਗਵਰਨਮੈਂਟ ਆਫ ਇੰਡੀਆ ਐਕਟ 1861। ਤਾਂ ਭਾਰਤ ਲਈ ਸੰਘੀ ਢਾਂਚਾ ਹੈ ਜੋ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਵਿੱਚ।
जी बिल्कुल करैक्ट ने ਜਿਹੜੇ ਵਿਦਿਆਰਥੀ ਇਸ ਦਾ ਸੀ ਆਨਸਰ ਦੇ ਰਹੇ ਨੇ। ਗਵਰਨਮੈਂਟ ਆਫ ਇੰਡੀਆ ਐਕਟ 1935 ਦੁਆਰਾ ਕੀ ਪੇਸ਼ ਕੀਤਾ ਗਿਆ ਸੀ ਭਾਰਤ ਲਈ ਸੰਘੀ ਢਾਂਚਾ। ਫੈਡਰਲ ਸਟਰਕਚਰ ਫॉर ਇੰਡੀਆ was first put forward by the Act of 1935। सो अगे चलते हैं 31वां क्वेश्चन 31st क्वेश्चन विधान सभा द्वारा राज विधान परिषद के किन्ने मैंबर चुने जाते हैं। हाउ मैनी मैंबर ऑफ स्टेट लेजिस्लेटिव काउंसिल आर इलैक्टेड बाय असैंबली। विधान सभा द्वारा राज विधान परिषद के किन्ने मैंबर चुने जाते हैं। हाउ मैनी मैंबर ऑफ द स्टेट लेजिस्लेटिव काउंसिल आर इलैक्टेड बाय द असैंबली। तो ऑप्शन ए है 1/6, ऑप्शन बी 1/3, ऑप्शन सी 1/10, ऑप्शन डी 1/4। तो 31st का जो करैक्ट ऑप्शन है जी वो है जी ऑप्शन नंबर बी 1/3 मैंबर। ऑप्शन नंबर बी इज द करैक्ट ऑप्शन 1/3। 1/10 भी कह रहे ने स्टूडेंट्स 1/10 कह रहे ने। सो इस क्वेश्चन को आप पेंडिंग भी रख लेंगे क्योंकि जेडे क्वेश्चन विच स्टूडेंट्स का डाउट भी है सो असी इस पेंडिंग रख लेंगे। इस बारे असी बाद च डिस्कस करांगे क्वेश्चन बारे। अगे चलते हैं जी 32nd क्वेश्चन अंडर विच आर्टिकल ऑफ द इंडियन कॉन्स्टिट्यूशन द डिसीजन ऑफ द सेंट्रल एडमिनिस्ट्रेटिव ट्रिब्यूनल कैन बी चैलेंज्ड इन सुप्रीम कोर्ट। भारतीय संविधान के किहड़े अनुच्छेद के तहत केंद्रीय प्रबंधकी ट्रिब्यूनल के फैसले नूं सुप्रीम कोर्ट विच चुनौती दी जा सकती है। अंडर विच आर्टिकल ऑफ इंडियन कॉन्स्टिट्यूशन द डिसीजन ऑफ द सेंट्रल एडमिनिस्ट्रेटिव ट्रिब्यूनल कैन बी चैलेंज्ड इन सुप्रीम कोर्ट। तो वह किहड़ा आर्टिकल है। ऑप्शन ए, ऑप्शन बी, ऑप्शन सी या ऑप्शन डी। हाँ जी किहड़ा करैक्ट है जी जिहड़े विद्यार्थी क्लास अटेंड कर रहे हैं। सो 32nd क्वेश्चन का जो करैक्ट ऑप्शन है 32वें क्वेश्चन का वो है जी ऑप्शन नंबर ए आर्टिकल नंबर 323 ए है जो ओहो कहता है आर्टिकल नंबर 323 सबसैक्शन ए ऑफ द इंडियन कॉन्स्टिट्यूशन द डिसीजन ऑफ द सेंट्रल एडमिनिस्ट्रेटिव ट्रिब्यूनल कैन बी चैलेंज्ड इन द सुप्रीम कोर्ट। सो 33वां क्वेश्चन 33rd क्वेश्चन इंपॉर्टेंट है क्योंकि रीड्स तो क्वेश्चन है। विच ऑफ वन ऑफ द फॉलोइंग लिटरली मीन्स व्हाट इज योर अथॉरिटी। हेठां दिते विचों किस दा शाब्दिक अर्थ है तुहाडा अथॉरिटी की है या फिर तुहाडी अथॉरिटी की है। ऑप्शन ए हैबस कॉर्पस, ऑप्शन बी सैरोचुरेरी, ऑप्शन सी क्वो वारंटो, ऑप्शन डी प्रोहिबिशन। तो केड़ा करैक्ट है जी जी जेड़े विद्यार्थी सी ऑप्शन दे रहे हैं अंकुर जी, साहिल कटारिया जी, वासु। सो जो भी लाइव को क्लास अटेंड कर रहे हैं उन्होंने वालों ऑप्शन सी इज द करैक्ट ऑप्शन मार्क किया जा रहा है। सो बिल्कुल सही हो जी तुसी ऑप्शन सी इज द करैक्ट ऑप्शन है। वट इज यूअर अथॉरिटी किस दा हुंदा है क्यू वारंटो दा हुंदा है। सो ऑप्शन सी इज द करैक्ट ऑप्शन। 34th क्वेश्चन वट इज द मैक्सिमम स्ट्रेंथ प्रिस्क्राइब्ड फॉर स्टेट लेजिस्लेटिव असैंबली। राज विधान सभावां लई निर्धारित अधिकतम ताकत कितनी है। ऑप्शन 350, 600, 750 या फिर 800। सो राज विधान सभा लई निर्धारित अधिकतम ताकत कितनी है जी। मैक्सिमम स्ट्रेंथ कितनी होनी चाहिए जो कि स्टेट लेजिस्लेटिव असैंबली दी होनी चाहिए है जी। जल्दी जल्दी तुसी आंसर दे सकते हो जी। ऑप्शन नंबर बी जेड़े विद्यार्थी दे रहे ने 600। सो बिल्कुल करैक्ट नहीं जी वो विद्यार्थी। ऑप्शन नंबर बी इज द करैक्ट ऑप्शन आना सी राज विधान सभा मैक्सिमम स्ट्रेंथ प्रिस्क्राइब्ड फॉर स्टेट लेजिस्लेटिव असैंबली इज 600। सो ऑप्शन बी इज द करैक्ट ऑप्शन। आगे चलते हैं 35th क्वेश्चन द 109th अमेंडमेंट ऑफ इंडियन कॉन्स्टिट्यूशन रिलेट्स टू। भारतीय संविधान की 109वीं शोध किस नाल संबंधित है।
Option A, official languages. Option B, the president powers. Option C, reservation of SC and STs. Option D, age of voters. 35th ਦਾ ਜੀ ਬਿਲਕੁਲ ਜੀ ਹੁਣ ਵਧਾ ਦਿੱਤੀ ਗਈ ਹੈ ਜੀ। ਪਹਿਲਾਂ 500 ਸੀ, ਹੁਣ 600 ਕਰ ਦਿੱਤੀ ਗਈ ਹੈ। ਸਟੇਟ ਲੈਜਿਸਲੇਟਿਵ ਅਸੈਂਬਲੀ ਜੋ ਪਿਛਲਾ ਕੁਐਸਚਨ ਸੀ ਜੀ। ਭਾਰਤੀ ਸੰਵਿਧਾਨ ਦੀ 109ਵੀਂ ਸ਼ੋਧ ਕਿਸ ਨਾਲ ਸੰਬੰਧਿਤ ਹੈ? ਤਾਂ 109th ਅਮੈਂਡਮੈਂਟ ਜੀ, ਜਿਨ੍ਹਾਂ ਨੇ C ਆਂਸਰ ਦੇ ਰਹੇ ਨੇ ਜਿਹੜੇ, ਰਿਜ਼ਰਵੇਸ਼ਨ ਆਫ SC ਐਂਡ STs। ਸੋ ਬਿਲਕੁਲ ਕਰੈਕਟ ਹੈ ਜੀ। ਆਪਸ਼ਨ ਨੰਬਰ C ਕਰੈਕਟ ਆਪਸ਼ਨ ਆਣਾ ਸੀ ਜੀ 35th ਕੁਐਸਚਨ ਦਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ। 36th ਕੁਐਸਚਨ ਇੰਪੋਰਟੈਂਟ ਹੈ ਜੀ। ਇਹ ਕੁਐਸਚਨ ਪਿਛਲੇ ਵਾਰ ਪੰਜਾਬ ਦੇ ਐਗਜ਼ਾਮਸ 'ਚ ਵੀ ਪੁੱਛਿਆ ਗਿਆ ਸੀ। The convention that once a speaker is always a speaker is followed in। ਸੰਮੇਲਨ ਜਿਸ ਵਿੱਚ ਇੱਕ ਵਾਰ ਸਪੀਕਰ ਹਮੇਸ਼ਾ ਸਪੀਕਰ ਹੁੰਦਾ ਹੈ ਦੀ ਪਾਲਣਾ ਕੀਤੀ ਜਾਂਦੀ ਹੈ। ਕਹਿੰਦੇ ਜਿਵੇਂ ਆਪਣੇ ਹੁੰਦਾ ਹੈ ਨਾ ਵੀ ਇੱਕ ਵਾਰੀ ਕੋਈ ਲੰਬੜਦਾਰ ਬਣ ਗਿਆ ਤੇ ਮੁੜ ਉਸਦੇ ਘਰ ਦੇ ਹੀ ਲੰਬੜਦਾਰ ਚੱਲਣਗੇ। ਜਿਹੜੇ ਪਿੰਡਾਂ ਤੋਂ ਬਿਲੋਂਗ ਕਰਦੇ ਨੇ ਖਾਸ ਕਰ ਵਿਦਿਆਰਥੀ ਉਹ ਜਾਣਦੇ ਹੋਣਗੇ ਕਿ ਜਿਹੜਾ ਇੱਕ ਵਾਰੀ ਲੰਬੜਦਾਰ ਬਣ ਗਿਆ ਉਹ ਲੰਬੜਦਾਰ ਉਹਦੇ ਮਤਲਬ ਕਿ ਫੈਮਿਲੀ 'ਚ ਹੀ ਚੱਲੂਗਾ। ਇਸੇ ਤਰ੍ਹਾਂ ਜਿਹੜਾ ਇੱਕ ਵਾਰ ਸਪੀਕਰ ਬਣ ਗਿਆ ਤੇ ਉਸਦੇ ਅੱਗੇ ਖਾਨਦਾਨ 'ਚੋਂ ਹੀ ਸਪੀਕਰ ਚੱਲਣਗੇ। ਇਹ ਪਰੰਪਰਾ ਕਿੱਥੇ ਫੋਲੋ ਹੁੰਦੀ ਹੈ? ਸੋ ਹਾਂਜੀ ਆਪਸ਼ਨ ਦੱਸ ਸਕਦੇ ਨੇ ਵਿਦਿਆਰਥੀ ਕਿੱਥੇ ਫੋਲੋ ਹੁੰਦੀ ਹੈ ਜੀ। 4 ਆਪਸ਼ਨ ਤੁਹਾਨੂੰ ਦਿੱਤੇ ਨੇ, UK, USA, ਫਰਾਂਸ ਜਾਂ ਇੰਡੀਆ। ਤਾਂ ਇਸ ਦਾ ਜੋ ਕਰੈਕਟ ਆਪਸ਼ਨ ਆਣਾ ਸੀ ਜੀ ਉਹ ਸੀ ਜੀ ਆਪਸ਼ਨ ਨੰਬਰ A, UK ਹੈ ਜੀ, ਯੂਨਾਈਟਿਡ ਕਿੰਗਡਮ। ਉੱਥੇ ਇਹ ਪਰੰਪਰਾ ਚੱਲੀ ਆ ਰਹੀ ਹੈ। once a speaker is always a speaker। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ। 37th question, under which article of the Constitution of India can the fundamental rights of the member of armed forces be specially restricted? ਇੰਪੋਰਟੈਂਟ ਹੈ ਜੀ, ਇਹ ਯਾਦ ਰੱਖਣਾ। ਇਹ ਕੁਝ ਇਹੋ ਜਿਹੇ ਚੁਣਿੰਦਾ ਕੁਐਸਚਨ ਨੇ ਜਿਹੜੇ ਤੁਹਾਨੂੰ ਬੁੱਕਸ 'ਚ ਬਹੁਤ ਘੱਟ ਮਿਲਣਗੇ। ਕਾਫੀ ਜਗ੍ਹਾ ਤੁਸੀਂ ਕਾਫੀ ਅਕੈਡਮੀਜ਼ ਦੇ ਨੋਟਸ ਪੜ੍ਹੇ ਹੋਣੇ। ਇਹੋ ਜਿਹੇ ਕੁਐਸਚਨ ਤੁਹਾਨੂੰ ਬਹੁਤ ਹੀ ਘੱਟ ਮਿਲਣਗੇ। ਇਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਅਸੀਂ ਕੁਐਸਚਨ ਲੈ ਕੇ ਤੁਹਾਡੇ ਵਾਸਤੇ ਆਏ ਹਾਂ। ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਦੇ ਮੌਲਿਕ ਅਧਿਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸੀਮਿਤ ਕੀਤਾ ਜਾ ਸਕਦਾ ਹੈ? ਤਾਂ ਭਾਰਤੀ ਸੈਨਾ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਦੇ ਮੌਲਿਕ ਅਧਿਕਾਰਾਂ ਨੂੰ ਸੀਮਿਤ ਕਿਹੜੇ ਆਰਟੀਕਲ ਦੇ ਤਹਿਤ ਕੀਤਾ ਜਾ ਸਕਦਾ ਹੈ ਜੀ? ਬਿਲਕੁਲ ਠੀਕ ਹੈ ਜੀ, ਆਪਸ਼ਨ ਨੰਬਰ D ਵਾਸੂ ਜੀ ਦੱਸ ਰਹੇ ਨੇ। ਸੋ ਬਿਲਕੁਲ ਠੀਕ ਹੈ ਜੀ, ਆਪਸ਼ਨ ਨੰਬਰ D ਇਜ਼ ਦਾ ਕਰੈਕਟ ਆਪਸ਼ਨ ਹੈ ਜੀ। ਆਰਟੀਕਲ ਨੰਬਰ 33 ਦੇ ਤਹਿਤ ਕੀ ਕਹਿੰਦੇ ਨੇ? ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਦੇ ਮੌਲਿਕ ਅਧਿਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸੀਮਿਤ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਆਪਸ਼ਨ ਨੰਬਰ D ਇਜ਼ ਦਾ ਕਰੈਕਟ ਆਪਸ਼ਨ ਹੈ। ਸੋ ਅੱਗੇ ਚੱਲਦੇ ਹਾਂ। 38ਵਾਂ ਕੁਐਸਚਨ, which article of the Constitution provides for the employee to give maternity benefit to its employees? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਮਾਲਕ ਨੂੰ ਆਪਣੇ ਕਰਮਚਾਰੀਆਂ ਨੂੰ ਜਣੇਪਾ ਲਾਭ ਦੇਣ ਦੀ ਵਿਵਸਥਾ ਕਰਦਾ ਹੈ? ਮੈਟਰਨਿਟੀ ਲੀਵ ਸਾਰੇ ਵਿਦਿਆਰਥੀਆਂ ਨੂੰ ਪਤਾ ਹੀ ਹੋਣਾ ਜੀ। ਮੈਟਰਨਿਟੀ ਲੀਵ ਲੈਂਦੇ ਨੇ ਜਿਹੜੇ ਅਸੀਂ, ਉਹ ਕਹਿੰਦੇ ਵੀ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਹੈ ਜਿਹੜਾ ਮਾਲਕ ਨੂੰ ਆਪਣੇ ਕਰਮਚਾਰੀਆਂ ਨੂੰ ਜਣੇਪਾ ਲਾਭ ਦੇਣ ਦੀ ਵਿਵਸਥਾ ਕਰਦਾ ਹੈ? ਆਰਟੀਕਲ ਨੰਬਰ 41, ਆਰਟੀਕਲ 42, ਆਰਟੀਕਲ ਨੰਬਰ 43, ਆਰਟੀਕਲ ਨੰਬਰ 44। ਠੀਕ ਹੈ ਜੀ, employed to give maternity benefits to its employee, it is mentioned under the article number 42. So the correct option is option number B. Article number 42 of the Indian Constitution provide for the employer to give the maternity benefit to its employees. So चलते हैं अगले क्वेश्चन वाले। ठीक है जी, करेक्ट है। 39th question, the method of impeachment of President of India is adopted from? ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਦਾ ਤਰੀਕਾ ਕਿਸ ਤੋਂ ਅਪਣਾਇਆ ਗਿਆ ਹੈ? ਆਪਸ਼ਨ A USA, ਆਪਸ਼ਨ B UK, ਆਪਸ਼ਨ C USSR
ਸੋ ਆਪਸ਼ਨ ਡੀ ਫਰਾਂਸ। ਸੋ ਵਿਦਿਆਰਥੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਨਾਲ ਦੀ ਨਾਲ ਦੱਸਦੇ ਜ਼ਰੂਰ ਰਹਿਣ। ਉਸ ਦੇ ਨਾਲ ਕੀ ਹੁੰਦਾ ਜੀ, ਸਾਡਾ ਵੀ ਇਨਕਰੇਜਮੈਂਟ ਹੁੰਦੀ ਰਹਿੰਦੀ ਹੈ, ਅਸੀਂ ਵੀ ਵਧੀਆ ਵਧੀਆ ਕੁਐਸਚਨ ਵਿਦਿਆਰਥੀਆਂ ਵਾਸਤੇ ਲੈ ਕੇ ਆ ਸਕਦੇ ਹਾਂ। ਸੋ ਆਪਸ਼ਨ ਹੈ ਆਪਸ਼ਨ ਏ USA, ਆਪਸ਼ਨ ਬੀ UK, ਆਪਸ਼ਨ ਸੀ USSR ਤੇ ਆਪਸ਼ਨ ਡੀ ਫਰਾਂਸ। ਸੋ ਦੀ ਕਰੈਕਟ ਆਪਸ਼ਨ ਇਜ਼ ਆਪਸ਼ਨ ਨੰਬਰ ਏ USA। USA ਤੋਂ ਲਿਆ ਜੀ ਅਸੀਂ ਇੰਪੀਚਮੈਂਟ ਪ੍ਰੋਸੀਜਰ ਪ੍ਰੈਜ਼ੀਡੈਂਟ ਦਾ, ਠੀਕ ਹੈ ਜੀ। impeachment of president of India is adopted from USA। ਸੋ ਅੱਗੇ ਚੱਲਦੇ ਹਾਂ। 40th question, the election commission is established under the article। ਚੋਣ ਕਮਿਸ਼ਨ ਦੀ ਸਥਾਪਨਾ ਕਿਸ ਧਾਰਾ ਅਧੀਨ ਹੋਈ ਹੈ? ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਤਾਂ ਵਿਦਿਆਰਥੀ ਨੂੰ ਆਉਂਦਾ ਵੀ ਹੋਣਾ, ਕਾਫੀ ਵਾਰ ਪੰਜਾਬ ਦੇ ਐਗਜ਼ਾਮ 'ਚ ਇਹ ਕੁਐਸਚਨ ਰਿਪੀਟ ਹੋਇਆ। ਆਰਟੀਕਲ 355, ਆਰਟੀਕਲ ਨੰਬਰ 324, ਆਰਟੀਕਲ ਨੰਬਰ 256 ਜਾਂ ਫਿਰ ਆਰਟੀਕਲ ਨੰਬਰ 320। ਤਾਂ ਚੋਣ ਕਮਿਸ਼ਨ ਦੀ ਸਥਾਪਨਾ ਕਿਸ ਧਾਰਾ ਅਧੀਨ ਹੋਈ ਹੈ? ਚੋਣ ਕਮਿਸ਼ਨ ਦੀ ਸਥਾਪਨਾ ਬਿਲਕੁਲ ਕਰੈਕਟ ਜੀ, ਆਪਸ਼ਨ ਨੰਬਰ ਬੀ ਆਰਟੀਕਲ ਨੰਬਰ 324। ਆਰਟੀਕਲ ਨੰਬਰ 3, the election commission is established under the article 324। ਜੀ ਬਿਲਕੁਲ ਕਰੈਕਟ ਹੋ ਤੁਸੀਂ, ਆਪਸ਼ਨ ਨੰਬਰ ਬੀ is the correct option, article 324। 41st question, the right to education for all between 6 to 14 year of age has been included as a fundamental right in the Indian Constitution in। ਭਾਰਤੀ ਸੰਵਿਧਾਨ ਵਿੱਚ 6 ਤੋਂ 14 ਸਾਲ ਦੀ ਉਮਰ ਦੇ ਸਾਰਿਆਂ ਲਈ ਸਿੱਖਿਆ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰ ਵਜੋਂ ਕਦੋਂ ਸ਼ਾਮਿਲ ਕੀਤਾ ਗਿਆ ਸੀ? ਆਪਸ਼ਨ ਏ 2000, ਆਪਸ਼ਨ ਬੀ 2002, ਆਪਸ਼ਨ ਸੀ 1998 ਤੇ ਆਪਸ਼ਨ ਡੀ ਹੈ ਜੀ 2001। ਤਾਂ ਸਿੱਖਿਆ ਦੇ ਬੁਨਿਆਦੀ ਅਧਿਕਾਰ ਨੂੰ ਬੁਨਿਆਦੀ ਅਧਿਕਾਰ ਵਜੋਂ ਕਦੋਂ ਸ਼ਾਮਿਲ ਕੀਤਾ ਗਿਆ ਸੀ? ਜੀ ਜਿਹੜੇ ਵਿਦਿਆਰਥੀ ਬੀ ਆਪਸ਼ਨ ਦੇ ਰਹੇ ਨੇ ਬਿਲਕੁਲ ਕਰੈਕਟ ਨੇ ਜੀ, ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਪਸ਼ਨ ਹੈ ਜੀ। 41st ਦਾ ਆਪਸ਼ਨ ਨੰਬਰ ਬੀ ਬਿਲਕੁਲ ਕਰੈਕਟ ਆਪਸ਼ਨ ਹੈ ਜੀ। ਅੱਗੇ ਚੱਲਦੇ ਹਾਂ ਜੀ। 42nd ਕੁਐਸਚਨ, ਇਕੁਅਲ ਪੇ ਫॉर ਇਕੁਅਲ ਵਰਕ ਫॉर ਬੋਥ ਮੈਨ ਐਂਡ ਵੂਮਨ ਇਜ਼ ਆ। ਮਰਦਾਂ ਅਤੇ ਔਰਤਾਂ ਦੋਵਾਂ ਲਈ ਬਰਾਬਰ ਕੰਮ ਲਈ ਬਰਾਬਰ ਤਨਖਾਹ ਹੈ ਫੰਡਾਮੈਂਟਲ ਰਾਈਟ, ਸਟੈਚੂਏਟਰੀ ਪ੍ਰੋਵੀਜ਼ਨ ਇਨ ਲੇਬਰ ਲਾਅ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਾਂ ਫਿਰ ਨਨ ਆਫ ਥੀਸ। 42nd ਦਾ ਜੀ ਬਿਲਕੁਲ ਕਰੈਕਟ ਹੈ ਜੀ, 42nd ਦਾ ਸੀ ਕਰੈਕਟ ਹੈ ਜੀ। DPSP ਹੈ ਜੀ ਇਹ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। equal pay for equal work for both men and women is a directive principle of state policy। 43rd question, which article of the Constitution of India states that no religious instruction shall be provided in any educational institution wholly maintained out of state fund। ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਕਹਿੰਦਾ ਹੈ ਕਿ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਕੋਈ ਧਾਰਮਿਕ ਨਿਰਦੇਸ਼ ਨਹੀਂ ਦਿੱਤੇ ਜਾਣਗੇ ਜੋ ਰਾਜ ਫੰਡਾਂ ਦੇ ਨਾਲ ਚੱਲਦੇ ਹਨ। ਮੰਨ ਲਓ ਕੋਈ ਵੀ ਸਟੇਟ ਦਾ ਇੰਸਟੀਟਿਊਸ਼ਨ ਹੈ, ਕਾਲਜ ਹੈ, ਸਕੂਲ ਹੈ, ਉਸ ਵਿੱਚ ਧਰਮ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਜਾਣਗੇ। ਇਹ ਭਾਰਤ ਦੇ ਕਿਹੜੇ ਅਨੁਛੇਦ ਵਿੱਚ ਕਿਹਾ ਗਿਆ ਹੈ? ਆਰਟੀਕਲ ਨੰਬਰ 27, ਆਰਟੀਕਲ 28, ਆਰਟੀਕਲ 25 ਜਾਂ ਫਿਰ ਆਰਟੀਕਲ 26। ਸੋ 43rd ਦਾ ਜੋ ਕਰੈਕਟ ਆਪਸ਼ਨ ਹੈ ਜੀ ਉਹ ਹੈ ਆਪਸ਼ਨ ਨੰਬਰ ਬੀ, ਬਿਲਕੁਲ ਕਰੈਕਟ ਹੋ ਜੀ ਤੁਸੀਂ ਸਾਹਿਲ ਕਟਾਰੀਆ ਜੀ। ਆਪਸ਼ਨ ਨੰਬਰ ਬੀ ਇਜ਼ ਦੀ ਕਰੈਕਟ ਆਂਸਰ। ਆਰਟੀਕਲ ਨੰਬਰ 28 ਕਹਿੰਦਾ ਹੈ ਕਿ ਜੋ ਵੀ ਇੰਸਟੀਟਿਊਟਸ ਨੇ, ਜੋ ਵੀ ਆਪਣੇ ਵਿਦਿਅਕ ਸੰਸਥਾਵਾਂ ਨੇ ਜੋ ਕਿ ਸਟੇਟ ਫੰਡ ਦੇ ਨਾਲ ਚੱਲਦੀਆਂ ਨੇ, ਠੀਕ ਹੈ ਜੀ, ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਧਾਰਮਿਕ ਨਿਰਦੇਸ਼ ਹੈ ਉਹ ਨਹੀਂ ਦਿੱਤਾ ਜਾਵੇਗਾ। 44th question, ਆਰਟੀਕਲ 25 of the Constitution of India relates to। ਭਾਰਤ ਦੇ ਸੰਵਿਧਾਨ ਦਾ ਅਨੁਛੇਦ 25 ਕਿਸ ਨਾਲ ਸੰਬੰਧਿਤ ਹੈ?
right against exploitation, a ban on religious instruction, cultural and educational rights, right to freedom of religion। ਤਾਂ 44th ਦਾ ਜੋ ਕਰੈਕਟ ਆਪਸ਼ਨ ਹੈ ਜੀ, ਆਪਸ਼ਨ ਨੰਬਰ ਡੀ ਕਰੈਕਟ ਹੈ ਜੀ 44th ਦਾ, ਰਾਈਟ ਟੂ ਫਰੀडम ਆਫ ਰਿਲੀਜਨ, ਆਰਟੀਕਲ ਨੰਬਰ 25। ਆਪਸ਼ਨ ਨੰਬਰ ਡੀ ਇਜ਼ ਦੀ ਕਰੈਕਟ ਆਪਸ਼ਨ 44th ਦਾ। 45th क्वेश्चन, ਇਹ ਬਹੁਤ ਵਾਰ ਰਿਪੀਟਡ ਕੁਐਸਚਨ ਹੈ। ਵੈਨ ਵਾਜ਼ ਆਵਰ ਨੈਸ਼ਨਲ ਐਂਥਮ ਫਸਟ ਸੰਗ ਐਂਡ ਵੇਅਰ? ਸਾਡਾ ਰਾਸ਼ਟਰੀ ਗੀਤ ਪਹਿਲੀ ਵਾਰ ਕਦੋਂ ਅਤੇ ਕਿੱਥੇ ਗਾਇਆ ਗਿਆ ਸੀ? ਆਪਸ਼ਨ 24th of January 1950 in Allahabad, 27th of December 1911 in Calcutta, 24th of January 1950 in Delhi, ਜਾਂ ਫਿਰ none of these। Then the correct option is option number B, 27th of December 1911 ਨੂੰ ਕੋਲਕਾਤਾ ਵਿਖੇ ਜਿਹੜਾ ਆਪਣਾ ਨੈਸ਼ਨਲ ਐਂਥਮ ਹੈ, ਰਾਸ਼ਟਰੀ ਗੀਤ ਹੈ, ਉਹ ਪਹਿਲੀ ਵਾਰ ਗਾਇਆ ਗਿਆ ਸੀ। ਆਪਸ਼ਨ ਨੰਬਰ B ਇਜ਼ ਦੀ ਕਰੈਕਟ ਆਪਸ਼ਨ। ਆਪਸ਼ਨ ਨੰਬਰ B ਇੱਥੇ ਬਿਲਕੁਲ ਸਹੀ ਆਨਸਰ ਹੈ। 46th question, fundamental duties were incorporated in the Indian Constitution on the recommendation of, important ਹੈ ਇਹ ਕੁਐਸਚਨ ਵੀ ਕਾਫੀ ਵਾਰ ਰਿਪੀਟ ਹੋਇਆ। ਭਾਰਤੀ ਸੰਵਿਧਾਨ ਵਿੱਚ ਬੁਨਿਆਦੀ ਕਰਤੱਵਾਂ ਨੂੰ ਕਿਸ ਦੀ ਸਿਫਾਰਿਸ਼ ਤੇ ਸ਼ਾਮਲ ਕੀਤਾ ਗਿਆ ਸੀ? ਆਪਸ਼ਨ ਏ ਸੰਥਾਨਾਮ ਕਮੇਟੀ, ਆਪਸ਼ਨ ਬੀ ਸਵਰਨ ਸਿੰਘ ਕਮੇਟੀ, ਆਪਸ਼ਨ ਸੀ ਸ਼ਾਹ ਕਮਿਸ਼ਨ, ਆਪਸ਼ਨ ਡੀ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ। ਤਾਂ 46 ਦਾ ਕਰੈਕਟ ਆਪਸ਼ਨ ਹੈ ਜੀ ਸਵਰਨ ਸਿੰਘ ਕਮੇਟੀ ਸੀ, ਜਿਸ ਨੇ ਰਿਕਮੈਂਡ ਕੀਤਾ ਸੀ ਕਿ ਫੰਡਾਮੈਂਟਲ ਡਿਊਟੀਜ਼। ਆਪਸ਼ਨ ਨੰਬਰ B ਇਜ਼ ਦੀ ਕਰੈਕਟ ਆਪਸ਼ਨ। ਆਪਸ਼ਨ ਨੰਬਰ B ਸਵਰਨ ਸਿੰਘ ਕਮੇਟੀ। 47th question, which of the following writ come order of High Court come Supreme Court is sought to get an order of an authority quashed? ਹਾਈ ਕੋਰਟ ਸੁਪਰੀਮ ਕੋਰਟ ਦੀਆਂ ਹੇਠ ਲਿਖੀਆਂ ਕਿਹੜੀਆਂ ਰਿਟਾਂ ਆਰਡਰਾਂ ਨੂੰ ਕਿਸੇ ਅਥਾਰਟੀ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਲਈ ਜਾਰੀ ਕਰਵਾਇਆ ਜਾਂਦਾ ਹੈ? ਠੀਕ ਹੈ ਜੀ, ਤਾਂ ਆਪਸ਼ਨ ਕਿਹੜਾ ਹੈ ਜੀ? ਆਪਸ਼ਨ ਏ ਮੈਂਡਮਸ, ਆਪਸ਼ਨ ਬੀ ਸੈਰੂਚਰੇਰੀ, ਆਪਸ਼ਨ ਸੀ ਕੁਆ ਵਾਰੰਟੋ, ਆਪਸ਼ਨ ਡੀ ਹੈਬਸ ਕਾਰਪਸ। So which of the following writ come order of High Court come Supreme Court is sought to get an order of an authority quashed? ਤਾਂ ਕਿਹੜਾ ਕਰੈਕਟ ਹੈ ਜੀ? 47 ਦਾ ਜੀ ਬਿਲਕੁਲ ਸਹੀ ਹੈ ਜੀ, B ਆਪਸ਼ਨ ਸੈਰੂਚਰੇਰੀ ਕਰੈਕਟ ਹੈ ਜੀ। ਆਪਸ਼ਨ ਨੰਬਰ B, ਆਪਸ਼ਨ ਨੰਬਰ B। ਠੀਕ ਹੈ ਜੀ, ਇਹ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਟੈਸਟ ਹੈ ਜੋ ਉਹ ਲਿਆ ਗਿਆ ਸੀ, ਜਿਹੜਾ ਅੱਜ ਅਸੀਂ ਡਿਸਕਸ ਕਰ ਰਹੇ ਹਾਂ। ਸੋ ਜਿਹੜੇ ਵਿਦਿਆਰਥੀ ਸਾਡੇ ਟੈਲੀਗ੍ਰਾਮ ਗਰੁੱਪ ਦੇ ਮੈਂਬਰ ਨਹੀਂ ਨੇ, ਉਹ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹਨ, ਜਾਂ ਫਿਰ ਸਰਚ ਕਰ ਸਕਦੇ ਹਨ ਟੈਲੀਗ੍ਰਾਮ 'ਤੇ ਜਾ ਕੇ @punjab knowledge hub। ਠੀਕ ਹੈ ਜੀ, ਟੈਲੀਗ੍ਰਾਮ ਗਰੁੱਪ ਵਿੱਚ ਸਾਰਾ ਮਟੀਰੀਅਲ ਬਿਲਕੁਲ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਇਆ ਜਾਂਦਾ ਹੈ। ਕਾਫੀ ਵਿਦਿਆਰਥੀਆਂ ਦੇ ਰਹਿੰਦਾ ਕਿ PDF ਤੁਸੀਂ ਪ੍ਰੋਵਾਈਡ ਕਿਉਂ ਨਹੀਂ ਕਰਵਾਉਂਦੇ, ਤਾਂ ਅਸੀਂ ਇਸ ਮੋਟੋ ਤੋਂ PDF ਪ੍ਰੋਵਾਈਡ ਨਹੀਂ ਕਰਵਾਉਂਦੇ, ਕਿਉਂਕਿ ਅਸੀਂ ਇੱਕ ਪੋਸਟ ਇੱਕ ਦਿਨ ਵਿੱਚ ਸ਼ੇਅਰ ਕਰਦੇ ਹਾਂ ਤੇ ਇੱਕ ਪੋਸਟ 1 ਜਾਂ 2 ਪੇਜ ਦੀ ਹੀ ਹੁੰਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦਿਆਰਥੀ ਉਸ ਪੋਸਟ ਨੂੰ ਨੋਟ ਡਾਊਨ ਕਰੇ। ਨੋਟ ਡਾਊਨ ਕਰਨ ਦੇ ਨਾਲ ਕੀ ਹੁੰਦਾ, ਇੱਕ ਤਾਂ ਉਸਦੇ ਨੋਟਸ ਬਣ ਜਾਣਗੇ, ਦੂਜਾ ਉਸਨੂੰ ਉਹ ਚੀਜ਼ ਚੰਗੀ ਤਰ੍ਹਾਂ ਯਾਦ ਹੋ ਜਾਵੇਗੀ। ਸੋ ਸਾਨੂੰ ਨਹੀਂ ਲੱਗਦਾ ਕਿ ਦਿਨ ਵਿੱਚ ਟੈਲੀਗ੍ਰਾਮ ਗਰੁੱਪ ਵਿੱਚ ਅਸੀਂ ਜੇਕਰ ਇੱਕ ਪੋਸਟ ਸ਼ੇਅਰ ਕਰਦੇ ਹਾਂ ਤਾਂ ਵਿਦਿਆਰਥੀ ਜੇ ਉਹ ਇੱਕ ਪੋਸਟ ਆਪਣੀ ਬੁੱਕ ਵਿੱਚ ਨੋਟ ਡਾਊਨ ਕਰ ਲੈਣਗੇ ਤਾਂ ਉਸ ਵਿੱਚ ਹਾਰਡਲੀ 5 ਤੋਂ 10 ਮਿੰਟ ਜਾਂ ਵੱਧ ਤੋਂ ਵੱਧ ਤੁਸੀਂ 1 ਘੰਟਾ ਲਾ ਕੇ ਚਲੋ, ਤਾਂ ਉਹ ਨੋਟ ਡਾਊਨ ਜੇਕਰ ਉਹਨਾਂ ਨੇ ਕਰ ਲਿਆ, ਇੱਕ ਤਾਂ ਉਹਨਾਂ ਦੇ ਨੋਟਸ ਬਣ ਗਏ, ਦੂਜਾ ਉਹਨਾਂ ਦਾ ਫਾਇਦਾ ਕੀ ਹੈ, ਉਹਨਾਂ ਨੂੰ ਉਹ ਚੀਜ਼ ਯਾਦ ਵੀ ਹੋ ਗਈ। ਠੀਕ ਹੈ ਜੀ, ਇਸੇ ਤਰ੍ਹਾਂ ਕਰਦੇ ਕਰਦੇ ਜੇਕਰ ਮੰਨ ਲਓ ਮਹੀਨੇ ਵਿੱਚ 30 ਦਿਨ ਨੇ, ਤਾਂ 30 ਦਿਨਾਂ ਵਿੱਚ ਅਸੀਂ ਵੱਖ-ਵੱਖ ਚੀਜ਼ਾਂ ਟੈਲੀਗ੍ਰਾਮ ਗਰੁੱਪ ਵਿੱਚ ਸ਼ੇਅਰ ਕੀਤੀਆਂ, ਉਹ ਤੁਸੀਂ ਆਪਣੀ ਬੁੱਕ ਵਿੱਚ ਨੋਟ ਕਰ ਲਈਆਂ, ਤੇ ਮਹੀਨੇ ਦੇ ਤੁਹਾਡੇ 30 ਪੇਜ ਬਣ ਗਏ, ਜਿਹੜੇ ਕਿ ਤੁਹਾਡੇ ਨੋਟਸ ਵੀ ਬਣ ਗਏ ਤੇ ਤੁਹਾਡਾ ਯਾਦ ਵੀ ਹੋ ਗਿਆ। ਤੇ ਤੁਸੀਂ PDF ਲੈਣ ਤੋਂ ਵੀ ਮਤਲਬ ਕਿ ਤੁਹਾਨੂੰ PDF ਦੀ ਵੀ ਜ਼ਰੂਰਤ ਨਹੀਂ ਰਹੀ। ਕਿਉਂ ਨਹੀਂ ਜ਼ਰੂਰਤ ਰਹੀ? ਕਿਉਂਕਿ ਤੁਸੀਂ ਆਟੋਮੈਟਿਕਲੀ ਉਸ ਚੀਜ਼ ਨੂੰ ਦੇ ਨੋਟਸ ਤੁਹਾਡੇ ਕੋਲ ਨੇ, ਤੇ ਐਗਜ਼ਾਮ ਟਾਈਮ ਉਹ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣਗੇ ਇਨ ਕੇਸ PDF ਦੇ ਬਰਾਬਰ,
क्योंकि PDF ਤੁਸੀਂ ਬਹੁਤ ਘੱਟ ਵਿਦਿਆਰਥੀ ਮੈਂ ਦੇਖਿਆ ਕਿ PDF ਪੜ੍ਹਦੇ ਨੇ। ਸੋ ਇਸ ਕਾਰਨ ਅਸੀਂ PDF ਬੇਸਿਕਲੀ ਰੀਜ਼ਨ ਇਹ ਹੈ, ਸਾਡਾ ਮੋਟੋ ਹੈ ਵਿਦਿਆਰਥੀ ਜਿਹੜਾ ਪੜ੍ਹਨਾ ਚਾਹੁੰਦਾ ਹੈ ਉਹ ਸਾਡੇ ਨਾਲ ਜੁੜੇ ਤੇ ਵਧੀਆ ਤੋਂ ਵਧੀਆ ਤਿਆਰੀ ਉਸ ਨੂੰ ਅਸੀਂ ਕਰਵਾ ਸਕੀਏ ਤੇ ਉਹ ਵਧੀਆ ਤੋਂ ਵਧੀਆ ਤਿਆਰੀ ਕਰਕੇ ਆਪਣੇ ਮੁਕਾਮ ਤੱਕ ਪਹੁੰਚ ਸਕੇ, ਸਰਕਾਰੀ ਨੌਕਰੀ ਨੂੰ ਹਾਸਿਲ ਕਰ ਸਕੇ। ਸਾਡਾ ਮੁੱਢ ਤੋਂ ਮੋਟੋ ਇਹੀ ਰਿਹਾ। ਅਸੀਂ ਚੈਨਲ ਵੀ ਇਹ ਸ਼ੁਰੂ ਕੀਤਾ ਸੀ ਇਸੇ ਮੋਟੋ ਨਾਲ ਕਿ ਜਿਹੜੇ ਗਰੀਬ ਵਿਦਿਆਰਥੀ, ਜਿਹੜੇ ਵਿਦਿਆਰਥੀ ਕਿਤੇ ਵੱਡੀ ਅਕੈਡਮੀ 'ਚ ਪੇ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਇਹੋ ਜਿਹਾ ਮਟੀਰੀਅਲ ਪ੍ਰੋਵਾਈਡ ਕਰਾਵਾਂਗੇ ਕਿ ਉਹ ਵਿਦਿਆਰਥੀ ਆਪਣੇ ਆਪ ਨੂੰ ਕਿਸੇ ਤੋਂ ਵੀ ਪਿੱਛੇ ਨਾ ਸਮਝਣ ਤੇ ਸਾਡੇ ਪੜ੍ਹਾਏ ਗਏ ਵਿਦਿਆਰਥੀਆਂ ਨੂੰ ਕਦੇ ਵੀ ਐਗਜ਼ਾਮ 'ਚ ਇਹ ਨਾ ਲੱਗੇ ਕਿ ਚੈਨਲ ਵੱਲੋਂ ਜੋ ਕੁਝ ਕਰਾਇਆ ਗਿਆ ਸੀ ਉਹ ਫਾਲਤੂ ਸੀ, ਕਿਉਂਕਿ ਅਸੀਂ ਉਸੇ ਪਰਸਪੈਕਟਿਵ ਤੋਂ ਵਿਦਿਆਰਥੀਆਂ ਨੂੰ ਤਿਆਰੀ ਕਰਾਉਂਦੇ ਹਾਂ ਕਿ ਐਗਜ਼ਾਮ 'ਚ ਜਦੋਂ ਉਹ ਜਾਣ ਤਾਂ ਉਹਨਾਂ ਨੂੰ ਉੱਥੇ ਸਭ ਕੁਝ ਆਂਦਾ ਹੋਵੇ। ਸੋ ਮੁੜ ਕੇ ਦੁਬਾਰੇ ਕੁਐਸਚਨਾਂ ਵੱਲ ਆਵਾਂਗੇ। 48th question, who can initiate impeachment of president? ਰਾਸ਼ਟਰਪਤੀ ਦੀ ਮਹਾਦੋਸ਼ ਕੌਣ ਸ਼ੁਰੂ ਕਰ ਸਕਦਾ ਹੈ? Option A 1/4 member of either house of parliament. Option B half of the member of either house of parliament. Option C half of the state legislature. Option D 1/3 member of any state legislature. ਤਾਂ ਜੇਕਰ ਪ੍ਰੈਜ਼ੀਡੈਂਟ ਦੇ ਖਿਲਾਫ ਤੁਹਾਨੂੰ ਅਵਿਸ਼ਵਾਸ ਮਤਾ ਪਾਸ ਕਰਨਾ ਮੰਨ ਲਓ ਤਾਂ ਉਸ ਵਾਸਤੇ ਕੀ ਜ਼ਰੂਰੀ ਹੁੰਦਾ ਹੈ? 1/4 ਮੈਂਬਰ ਆਈਦਰ ਹਾਊਸ ਆਫ ਦੀ ਪਾਰਲੀਮੈਂਟ, ਕਿਸੇ ਵੀ ਹਾਊਸ ਚੋਂ ਮਹਾਦੋਸ਼ ਦਾ ਜਿਹੜਾ ਪ੍ਰੋਸੀਜਰ ਹੈ ਉਹ ਚੱਲ ਸਕਦਾ ਹੈ। ਠੀਕ ਹੈ ਜੀ, ਅਵਿਸ਼ਵਾਸ ਮਤਾ ਜਿਸ ਨੂੰ ਅਸੀਂ ਕਹਿ ਦਿੰਦੇ ਆ, ਕਿਸੇ ਵੀ ਹਾਊਸ ਚੋਂ ਉਹ ਮੂਵ ਹੋ ਸਕਦਾ ਹੈ, ਭਾਵੇਂ ਉਹ ਲੋਕ ਸਭਾ ਭਾਵੇਂ ਉਹ ਰਾਜ ਸਭਾ ਹੈ। ਠੀਕ ਹੈ ਜੀ, ਆਪਸ਼ਨ ਨੰਬਰ A ਇਜ਼ ਦੀ ਕਰੈਕਟ ਆਪਸ਼ਨ। ਠੀਕ ਹੈ ਜੀ, ਅੱਗੇ ਚੱਲਦੇ ਆ। 49th question, 52nd Constitutional Amendment Act 1985 deals with option A B C D ਵਿੱਚੋਂ ਕਿਹੜਾ ਆਪਸ਼ਨ ਕਰੈਕਟ ਹੈ ਜੀ? 52nd Constitutional Amendment Act 1985 ਹੈ ਜੋ ਉਹ ਡੀਲ ਕਰਦਾ ਹੈ ਜੀ ਡਿਫੈਕਸ਼ਨ ਐਂਡ ਡਿਸਕੁਆਲੀਫਿਕੇਸ਼ਨ, ਡਿਫੈਕਸ਼ਨ ਐਂਡ ਡਿਸਕੁਆਲੀਫਿਕੇਸ਼ਨ ਦੇ ਨਾਲ। ਸੋ ਆਪਸ਼ਨ C ਇਜ਼ ਦਾ ਕਰੈਕਟ ਆਪਸ਼ਨ। ਅੱਗੇ ਚੱਲਦੇ ਆ। 50th question, when a constitutional amendment bill goes to president he she, ਜਦੋਂ ਸੰਵਿਧਾਨਿਕ ਸੋਧ ਬਿੱਲ ਰਾਸ਼ਟਰਪਤੀ ਕੋਲ ਜਾਂਦਾ ਹੈ ਉਹ ਉਸ ਨੂੰ can withhold his assent, ਉਹ ਉਸ ਨੂੰ ਰੱਖ ਸਕਦਾ ਹੈ। can delay it for not more than 6 months, 6 ਮਹੀਨਿਆਂ ਤੋਂ ਵੱਧ ਉਹ ਉਸ ਨੂੰ ਡਿਲੇ ਨਹੀਂ ਕਰ ਸਕਦਾ। can return it to the parliament for reconstruction, ਪਾਰਲੀਮੈਂਟ ਕੋਲ ਦੁਬਾਰੇ ਭੇਜ ਸਕਦਾ ਹੈ ਰੀਕਨਸੀਡਰ ਵਾਸਤੇ। ਜਾਂ ਬਾਉਂਡ ਡਾਊਨ ਹੁੰਦਾ ਉਹ ਕਿ ਉਸ ਨੂੰ ਅਸੈਂਟ ਦੇਣਾ ਹੀ ਹੋਊਗਾ। ਜਦੋਂ ਇੱਕ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਜਾਂਦਾ ਹੈ ਪ੍ਰੈਜ਼ੀਡੈਂਟ ਕੋਲ, ਜਦੋਂ ਸੰਵਿਧਾਨਿਕ ਸੋਧ ਬਿੱਲ ਰਾਸ਼ਟਰਪਤੀ ਕੋਲ ਜਾਂਦਾ ਹੈ, ਠੀਕ ਹੈ ਜੀ, ਤਾਂ ਉਹ ਬਾਉਂਡ ਡਾਊਨ ਹੁੰਦਾ ਹੈ ਜੀ ਉਸ ਤੇ ਅਸੈਂਟ ਦੇਣ ਨੂੰ। ਠੀਕ ਹੈ, ਬਾਉਂਡ ਡਾਊਨ ਹੁੰਦਾ ਉਹ ਨਾ ਤਾਂ ਉਸ ਨੂੰ ਮਤਲਬ ਕਿ ਡਿਲੇ ਵੀ ਨਹੀਂ ਕਰ ਸਕਦਾ। ਸੋ ਆਪਸ਼ਨ ਡੀ ਕਰੈਕਟ ਇੱਥੇ, ਉਹ ਬਾਉਂਡ ਡਾਊਨ ਹੋਊਗਾ ਉਸ ਨੂੰ ਅਸੈਂਟ ਦੇਣ ਵਾਸਤੇ, ਉਸ ਨੂੰ ਆਪਣਾ ਅਸੈਂਟ ਉਸ 'ਚ ਦੇਣਾ ਹੀ ਪਵੇਗਾ, ਬਾਉਂਡ ਡਾਊਨ ਹੋਊਗਾ ਉਹ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ ਜੀ। ਰੀਕਨਸੀਡਰੇਸ਼ਨ ਵਾਸਤੇ ਉਹ ਭੇਜ ਸਕਦਾ ਹੈ, ਪਰ ਉਹ ਇੱਥੇ ਤੁਸੀਂ ਆਪਸ਼ਨਾਂ ਨੂੰ ਦੇਖੋ ਕਿਉਂਕਿ ਕਈ ਵਾਰ ਐਗਜ਼ਾਮੀਨਰ ਆਪਸ਼ਨ ਬਿਲਕੁਲ ਸਿਮਿਲਰ ਪਾ ਸਕਦਾ। ਹੁਣ ਦੇਖੋ ਬਾਉਂਡ ਡਾਊਨ ਤਾਂ ਉਹ ਹੈਗੇ ਨੇ ਜਦੋਂ ਉਸਨੇ ਗੱਲ ਹੀ ਖਤਮ ਕਰਤੀ ਕਿ ਉਹ ਬਾਉਂਡ ਡਾਊਨ ਹੈ, ਰੀਕਨਸੀਡਰੇਸ਼ਨ ਵਾਸਤੇ ਭੇਜ ਕੇ ਵੀ ਉਹ ਬਾਉਂਡ ਡਾਊਨ ਹੈ। ਠੀਕ ਹੈ ਜੀ, ਉਸ ਨੂੰ ਉਸ ਤੇ ਫੈਸਲਾ ਲੈਣਾ ਹੀ ਪਵੇਗਾ। ਅੱਗੇ 51st question, who described the Government of India Act 1935 as a new charter of bondage? ਇੰਪੋਰਟੈਂਟ ਹੈ ਇਹ, ਹਿਸਟਰੀ ਦਾ ਹੀ ਲਾ ਲਓ ਇੱਕ ਤਰ੍ਹਾਂ ਨਾਲ। ਭਾਰਤ ਸਰਕਾਰ ਐਕਟ 1935 ਨੂੰ ਬੰਧਨ ਦਾ ਨਵਾਂ ਚਾਰਟਰ ਕਿਸ ਨੇ ਦੱਸਿਆ ਸੀ? ਆਪਸ਼ਨ ਏ ਪੰਡਿਤ ਜਵਾਹਰ ਲਾਲ ਨਹਿਰੂ, ਆਪਸ਼ਨ ਬੀ ਰਜਿੰਦਰ ਪ੍ਰਸਾਦ, ਆਪਸ਼ਨ ਸੀ ਮਹਾਤਮਾ ਗਾਂਧੀ ਤੇ ਆਪਸ਼ਨ ਡੀ BR ਅੰਬੇਦਕਰ। ਸੋ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਚਾਰਟਰ ਆਫ ਬੌਂਡੇਜ ਕਿਸ ਨੇ ਦੱਸਿਆ ਸੀ ਨਿਊ? ਤਾਂ ਉਹ ਦੱਸਿਆ ਸੀ ਜੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਆਪਸ਼ਨ ਏ ਕਰੈਕਟ ਹੈ ਜੀ, ਨਿਊ ਚਾਰਟਰ ਆਫ ਬੌਂਡੇਜ ਦੱਸਿਆ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਆਪਸ਼ਨ ਨੰਬਰ ਏ 51st ਦਾ।
52nd question. Of the various ground below, which is the one criteria on which discrimination by state is not prohibited in Article 50 of the Constitution? ਹੇਠਾਂ ਦਿੱਤੇ ਵੱਖ-ਵੱਖ ਆਧਾਰਾਂ ਵਿੱਚੋਂ ਸੰਵਿਧਾਨ ਦੀ ਧਾਰਾ 15 ਵਿੱਚ ਰਾਜ ਦੁਆਰਾ ਵਿਤਕਰੇ ਦੀ ਮਨਾਹੀ ਕਿਹੜਾ ਮਾਪਦੰਡ ਹੈ? ਠੀਕ ਹੈ ਜੀ, ਤਾਂ ਇਸ ਦਾ ਜੋ ਕਰੈਕਟ ਆਪਸ਼ਨ ਆਣਾ ਸੀ ਜੀ ਉਹ ਸੀ ਆਪਸ਼ਨ ਨੰਬਰ ਸੀ, ਲੈਂਗੁਏਜ। ਜੀ ਬਿਲਕੁਲ ਠੀਕ ਹੈ ਜੀ, ਜਿਹੜੇ ਆਪਸ਼ਨ ਨੰਬਰ ਸੀ ਦੱਸ ਰਹੇ ਨੇ, ਆਪਸ਼ਨ ਨੰਬਰ ਸੀ ਲੈਂਗੁਏਜ। 53rd question. Which article of the Indian Constitution empower the Parliament to regulate rights of citizenship? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸੰਸਦ ਨੂੰ ਨਾਗਰਿਕਤਾ ਦੇ ਅਧਿਕਾਰਾਂ ਨੂੰ ਨਿਯਮਿਤ ਕਰਨ ਦਾ ਅਧਿਕਾਰ ਦਿੰਦਾ ਹੈ? ਆਰਟੀਕਲ ਨੰਬਰ 11, ਆਰਟੀਕਲ ਨੰਬਰ 10, ਆਰਟੀਕਲ ਨੰਬਰ 9, ਆਰਟੀਕਲ ਨੰਬਰ 8। ਜੀ ਜਿਹੜੇ ਇਹ ਆਪਸ਼ਨ ਦੇ ਰਹੇ ਨੇ ਉਹ ਬਿਲਕੁਲ ਕਰੈਕਟ ਨੇ। ਆਰਟੀਕਲ ਨੰਬਰ 11 ਹੈ ਜੋ ਆਰਟੀਕਲ ਨੰਬਰ 11 of Indian Constitution empower the Parliament to regulate rights of citizenship. Article number 11 is the right answer. 54th question important है क्योंकि पंचायती राज तो है। पंचायत राज system in India was introduced under the direction of which article of the Constitution? ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਨਿਰਦੇਸ਼ਨ ਅਧੀਨ ਸ਼ੁਰੂ ਕੀਤੀ ਗਈ ਸੀ? ਆਰਟੀਕਲ ਨੰਬਰ 32, ਆਰਟੀਕਲ ਨੰਬਰ 40, ਆਰਟੀਕਲ ਨੰਬਰ 45 ਜਾਂ ਫਿਰ ਆਰਟੀਕਲ ਨੰਬਰ 51। ਸੋ ਪੰਚਾਇਤੀ ਰਾਜ ਸਿਸਟਮ ਇਨ ਇੰਡੀਆ ਵਾਜ਼ ਇੰਟਰੋਡਿਊਸਡ ਅੰਡਰ ਦੀ ਡਾਇਰੈਕਸ਼ਨ of article number 40. So the correct option is option number B. ਆਰਟੀਕਲ ਨੰਬਰ 40 ਦੇ ਦਿਸ਼ਾ ਨਿਰਦੇਸ਼ਨ ਅਧੀਨ ਭਾਰਤ ਵਿੱਚ ਕੀ ਹੋਇਆ ਸੀ? ਪੰਚਾਇਤੀ ਰਾਜ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ ਸੀ। ਸੋ ਕਰੈਕਟ ਆਪਸ਼ਨ ਕਿਹੜਾ ਬਣਦਾ ਹੈ ਜੀ? ਆਪਸ਼ਨ ਨੰਬਰ B ਇੱਥੇ ਕਰੈਕਟ ਆਪਸ਼ਨ ਤੁਹਾਡਾ ਬਣਦਾ ਹੈ। ਸੋ ਅੱਗੇ ਚੱਲਦੇ ਹਾਂ। 51st question. Reservation of the scheduled caste and scheduled tribes in the service has been provided in the Indian Constitution under. ਸੇਵਾ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਵਾਂ ਦਾ ਰਾਖਵਾਂਕਰਨ ਭਾਰਤੀ ਸੰਵਿਧਾਨ ਵਿੱਚ ਕਿਸ ਅਧੀਨ ਦਿੱਤਾ ਗਿਆ ਹੈ? ਆਰਟੀਕਲ 375, ਆਰਟੀਕਲ 315, ਆਰਟੀਕਲ 335, ਆਰਟੀਕਲ ਨੰਬਰ 365। ਤਾਂ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੀ, आर्टिकल नंबर 335। Reservation of scheduled caste and scheduled tribes in the service has been provided in Indian Constitution in Article 335. So the correct option is option number C. 56th question. The article number 17 and 18 of the Constitution provides. ਸੰਵਿਧਾਨ ਦੀ ਧਾਰਾ 17 ਅਤੇ 18 ਪ੍ਰਦਾਨ ਕਰਦੀ ਹੈ ਸੋਸ਼ਲ ਇਕੁਐਲਿਟੀ, ਇਕਨੋਮਿਕ ਇਕੁਐਲਿਟੀ, ਪੋਲੀਟੀਕਲ ਇਕੁਐਲਿਟੀ ਜਾਂ ਫਿਰ ਰਿਲੀਜੀਅਸ ਇਕੁਐਲਿਟੀ। 56 ਯੈਸ ਇਹ ਆਪਸ਼ਨ ਜਿਹੜੇ ਸਟੂਡੈਂਟ ਦੱਸ ਰਹੇ ਨੇ ਬਿਲਕੁਲ ਕਰੈਕਟ ਹੈ ਜੀ। The article number 17 and 18 of Constitution provides social equality. Social equality provide ਕਰਦੇ ਨੇ Constitution ਦੇ article number 17 ਤੇ 18। ਠੀਕ ਹੈ ਜੀ, ਕਰੈਕਟ ਹੈ। ਸੋ ਜਿਹੜੇ ਵਿਦਿਆਰਥੀ ਨਵੇਂ ਜੁੜੇ ਨੇ ਉਹ ਜ਼ਰੂਰ ਦੱਸ ਦੇਣ ਕਿ ਨੈਕਸਟ ਟੈਸਟ ਜਿਵੇਂ ਅਸੀਂ ਦੱਸ ਹੀ ਚੁੱਕੇ ਹਾਂ ਤੁਹਾਨੂੰ, ਨੈਕਸਟ ਟੈਸਟ ਹੈ ਜੋ ਉਹ ਮਾਡਰਨ ਹਿਸਟਰੀ ਦਾ ਲਿਆ ਜਾਊਗਾ, ਮਾਡਰਨ ਹਿਸਟਰੀ ਦਾ। ਸੋ ਜਿਹੜੇ ਵੀ ਵਿਦਿਆਰਥੀ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਉਹ ਤਿਆਰੀ ਕਰ ਲੈਣ, 1 ਜਾਂ 2 ਦਿਨ ਵਿੱਚ ਹੀ ਇਹ ਐਗਜ਼ਾਮ ਲੈ ਲਿਆ ਜਾਊਗਾ ਮਾਡਰਨ ਹਿਸਟਰੀ ਦਾ। ਸੋ ਅਗਲੇ ਕੁਐਸਚਨ ਵੱਲ ਚੱਲਦੇ ਹਾਂ। 57th. Which article of the Indian Constitution define the duty of chief ministers? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਮੁੱਖ ਮੰਤਰੀਆਂ ਦੇ ਕਰਤੱਵਾਂ ਨੂੰ ਪਰਿਭਾਸ਼ਿਤ ਕਰਦਾ ਹੈ?
ਸੋ ਉਹ ਕਿਹੜਾ ਆਰਟੀਕਲ ਹੈ ਜਿਹੜਾ ਕਿ ਕੀ ਕਰਦਾ ਹੈ, ਡਿਊਟੀਜ਼ ਹੈ ਜੋ ਚੀਫ ਮਿਨਿਸਟਰਸ ਦੀ ਉਸਨੂੰ ਡਿਫਾਈਨ ਕਰਦਾ ਹੈ, ਸੀਐਮਸ ਦੀ ਡਿਊਟੀਆਂ ਨੂੰ। ਤਾਂ ਕਰੈਕਟ ਆਪਸ਼ਨ ਕਿਹੜਾ ਹੋਊਗਾ ਜੀ 57 ਦਾ ਆਰਟੀਕਲ ਨੰਬਰ ਬੀ, ਸੌਰੀ ਆਪਸ਼ਨ ਨੰਬਰ ਬੀ। ਆਰਟੀਕਲ ਨੰਬਰ 167 ਕੀ ਕਰਦਾ ਹੈ, ਡਿਫਾਈਨ ਕਰਦਾ ਹੈ ਡਿਊਟੀਜ਼ ਆਫ ਚੀਫ ਮਿਨਿਸਟਰਸ ਆਫ ਸਟੇਟ। ਸੋ ਆਰਟੀਕਲ ਨੰਬਰ 167 ਆਪਸ਼ਨ ਨੰਬਰ ਬੀ ਇਜ਼ ਦੀ ਕਰੈਕਟ ਆਪਸ਼ਨ। ਅੱਗੇ ਚੱਲਦੇ ਹਾਂ 58th question, what should be the gap between first no confidence motion and the second no confidence motion? ਪਹਿਲੇ ਅਵਿਸ਼ਵਾਸ ਮਤੇ ਅਤੇ ਦੂਜੇ ਅਵਿਸ਼ਵਾਸ ਮਤੇ ਵਿੱਚ ਅੰਤਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਏ 2 months, ਆਪਸ਼ਨ ਬੀ 3 months, ਆਪਸ਼ਨ ਸੀ 6 months, ਆਪਸ਼ਨ ਡੀ 9 months। ਸੋ ਸਟੂਡੈਂਟਸ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਣ ਨਾਲ ਦੀ ਨਾਲ ਕਰੈਕਟ ਆਪਸ਼ਨ। ਸੋ ਦੀ ਡਿਫਰੈਂਸ or gap between the first non-confidence motion and the second non-confidence motion is 6 months. So the correct option is option number C, 6 months. Option number C is the correct option, 6 months. 59th question, who was the constitutional advisor to the Constituent Assembly of India? ਭਾਰਤ ਦੀ ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ, ਡਾਕਟਰ BN ਅੰਬੇਡਕਰ, ਸਰ BN ਰਾਓ, ਸ਼੍ਰੀ KM ਮੁੰਸ਼ੀ। ਸੋ ਦੀ ਕਰੈਕਟ ਆਪਸ਼ਨ of 59th is option number C. Sir BN Rao is the advisor to the Constituent Assembly of India. Sir BN Rao. 60th question, the declaration of the constitutional emergency in an Indian state has to be approved by Parliament within the period of। ਕਿਸੇ ਭਾਰਤੀ ਰਾਜ ਵਿੱਚ ਸੰਵਿਧਾਨਿਕ ਐਮਰਜੈਂਸੀ ਦੀ ਘੋਸ਼ਣਾ ਨੂੰ ਪਾਰਲੀਮੈਂਟ ਦੁਆਰਾ ਕਿੰਨੇ ਸਮੇਂ ਦੇ ਅੰਦਰ ਮਨਜ਼ੂਰੀ ਦੇਣੀ ਪੈਂਦੀ ਹੈ? ਮੰਨ ਲਓ ਕਿਸੇ ਸਟੇਟ ਵਿੱਚ ਅਸੀਂ ਕੌਨਸਟੀਟਿਊਸ਼ਨਲ ਐਮਰਜੈਂਸੀ ਡਿਕਲੇਅਰ ਕਰਨੀ ਹੈ ਤਾਂ ਪਾਰਲੀਮੈਂਟ ਨੂੰ ਉਸ ਨੂੰ ਕਿੰਨੇ ਮਹੀਨਿਆਂ ਦੇ ਅੰਦਰ ਅੰਦਰ ਅਪਰੂਵ ਕਰਨਾ ਹੋਵੇਗਾ? ਜੀ 60 ਦਾ ਨਹੀਂ ਜੀ ਨਹੀਂ, 6 ਮਹੀਨੇ ਜੋ ਸਟੂਡੈਂਟਸ ਦੱਸ ਰਹੇ ਨੇ 6 ਮਹੀਨੇ ਨਹੀਂ ਜੀ। ਜੇਕਰ ਅਸੀਂ ਕੌਨਸਟੀਟਿਊਸ਼ਨਲ ਐਮਰਜੈਂਸੀ ਕਿਸੇ ਵੀ ਇੰਡੀਅਨ ਸਟੇਟ 'ਚ ਡਿਕਲੇਅਰ ਕਰਨੀ ਹੈ ਤਾਂ 2 ਮਹੀਨੇ ਦੇ ਅੰਦਰ ਅੰਦਰ ਪਾਰਲੀਮੈਂਟ ਨੂੰ ਉਸ ਨੂੰ ਪਾਸ ਕਰਨਾ ਹੋਵੇਗਾ। ਆਪਸ਼ਨ ਨੰਬਰ ਏ ਕਰੈਕਟ ਹੈ ਜੀ 60 ਦਾ। ਜੀ ਅੱਗੇ ਚੱਲਦੇ ਹਾਂ 61st, who among the following was the member of ਸਰਕਾਰੀਆ ਕਮਿਸ਼ਨ? ਇਹ ਕੁਐਸਚਨ PPSC ਦੇ ਕਾਫੀ ਐਗਜ਼ਾਮਸ 'ਚ ਪੁੱਛਿਆ ਗਿਆ ਹੈ। ਹੇਠ ਲਿਖਿਆਂ ਵਿੱਚੋਂ ਕੌਣ ਸਰਕਾਰੀਆ ਕਮਿਸ਼ਨ ਦਾ ਮੈਂਬਰ ਸੀ? ਠੀਕ ਹੈ ਜੀ, ਇਹ ਕੁਐਸਚਨ ਹਰ ਵਾਰੀ ਇਸੇ ਤਰੀਕੇ ਨਾਲ ਆਉਂਦਾ ਹੈ ਹਰ ਵਾਰੀ ਇਸੇ ਤਰੀਕੇ ਨਾਲ ਇਹ ਕੁਐਸਚਨ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ। ਸੋ ਸੀ ਕੁਐਸਚਨ ਇਸ ਦਾ ਬਿਲਕੁਲ ਕਰੈਕਟ ਆਪਸ਼ਨ ਹੈ ਜੀ, ਇਸ ਦੇ ਆਪਸ਼ਨ ਵੀ ਨਹੀਂ ਚੇਂਜ ਹੁੰਦੇ। So C is the correct option. Dr. SR Sen. SR Sen is the correct option. So ਵਿਦਿਆਰਥੀ ਨਾਲ ਸਾਨੂੰ ਫੀਡਬੈਕ ਜ਼ਰੂਰ ਦੇਣ ਕਿ ਉਹਨਾਂ ਨੂੰ ਇਹ ਮੌਕ ਟੈਸਟ ਕਿਸ ਤਰੀਕੇ ਦਾ ਲੱਗਿਆ ਤੇ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਇੰਪਰੂਵ ਕਰ ਸਕਦੇ ਨੇ। ਵਿਦਿਆਰਥੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਫੀਡਬੈਕ ਜ਼ਰੂਰ ਦੇਣ ਤਾਂ ਕਿ ਅਸੀਂ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਆ ਸਕੀਏ ਤੇ ਕਈ ਵੱਡੀ ਅਕੈਡਮੀਜ਼ ਨੂੰ ਅਸੀਂ ਮਾਤ ਪਾ ਸਕੀਏ ਤਾਂ ਕਿ ਸਾਡੇ ਤੋਂ ਪੜ੍ਹਨ ਵਾਲੇ ਜਿਹੜੇ ਸਟੂਡੈਂਟਸ ਨੇ ਉਹ ਵੱਧ ਤੋਂ ਵੱਧ ਅੱਗੇ ਜਾ ਸਕਣ ਤੇ ਅਸੀਂ ਇੱਦਾਂ ਹੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪੈਸਾ ਲਏ ਵਧੀਆ ਤਿਆਰੀ ਕਰਾ ਸਕੀਏ। ਸੋ ਕਿਸੇ ਵੀ ਤਰ੍ਹਾਂ ਦੀ ਇੰਪਰੂਵਮੈਂਟ, ਕਿਸੇ ਵੀ ਤਰ੍ਹਾਂ ਦੀ ਫੀਡਬੈਕ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਣੀ ਹੈ। ਤੇ ਜਦੋਂ ਵੀ ਆਪਣੀ ਲਾਈਵ ਕਲਾਸ ਹੋਇਆ ਕਰੂਗੀ, ਜਿਹੜਾ ਆਪਣਾ ਲਿੰਕ ਹੈ ਲਾਈਵ ਕਲਾਸ ਦਾ, ਉਹ ਵੱਧ ਤੋਂ ਵੱਧ ਆਪਣੇ ਯਾਰ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਹਰ ਕੋਈ ਬੈਨੀਫਿਟ ਲੈ ਸਕੇ। ਤੇ ਬਹੁਤ ਹੀ ਜਲਦ ਅਸੀਂ ਲਾਈਵ ਕਲਾਸਾਂ ਦਾ ਸ਼ਡਿਊਲ ਹੀ ਤਿਆਰ ਕਰ ਦਾਂਗੇ ਕਿ ਕਿਸ ਦਿਨ ਕਿਸ ਚੀਜ਼ ਦੀ ਲਾਈਵ ਕਲਾਸ ਲੱਗਿਆ ਕਰੂਗੀ। ਸੋ ਵਿਦਿਆਰਥੀਆਂ ਨੂੰ ਈਜ਼ੀ ਹੋ ਜਾਏਗਾ, ਟਾਈਮ ਟੇਬਲ ਜਿਸ ਨੂੰ ਤੁਸੀਂ ਕਹਿ ਸਕਦੇ ਹੋ
कि किस दिन करंट अफेयर की क्लास लगूगी, किस दिन किहड़ी क्लास लगूगी, वो जल्दी ही असी लाइव क्लासां का टाइम टेबल है जो वो तुहानू दस देंगे। ठीक है जी। सो तुसी फीडबैक च सारी तरह की फीडबैक दे सकते हो, किस तरीके नाल असी होर अपनी सर्विस है जो इसनू इंप्रूव कर सकते हैं। सो अगे चलते हैं जी। 62nd क्वेश्चन, इन विच ईयर वाज द राज्य सभा कॉन्स्टिट्यूटेड फॉर द फर्स्ट टाइम? पहली बार राज्य सभा का गठन किस साल किया गया सी? 1950, 1951, 1952 या फिर 1953? सो 62nd का करैक्ट ऑप्शन की है जी? जी शिखा शर्मा जी दस रहे ने कि ऑप्शन जेड़ा करैक्ट है वो सी है जी। तुसी बिल्कुल ठीक हो जी। ऑप्शन नंबर सी जेड़ा है वो बिल्कुल करैक्ट ऑप्शन है। पहली बार राज्य सभा का गठन 1952 विच ही किया गया सी। 63rd क्वेश्चन, विच इज जनरली अपॉइंटेड एज ए प्रो टाइम स्पीकर? प्रो टाइम स्पीकर एक टर्म है जिहड़ी विद्यार्थियों ने बहुत सुनी होनी। सो आम तौर पर प्रो टाइम स्पीकर वजों किसनूं नियुक्त किया जाता है? सो आम तौर पर प्रो टाइम स्पीकर वजों सीनियर मोस्ट मैंबर जिहड़ा हुंदा है न्यूली इलैक्टेड लोक सभा का उसनूं किया जाता है। सो बिल्कुल ठीक है जी। ऑप्शन नंबर सी इज द करैक्ट ऑप्शन है। ऑप्शन नंबर सी जी साहिल जी, ऑप्शन नंबर सी बिल्कुल करैक्ट है। अगे चल रहे हैं। 64th क्वेश्चन, हु अमंग द फॉलोइंग इज इंपावर्ड टू इस्टैबलिश इंटर स्टेट काउंसिल? हेठ लिखियां विचों किसनूं अंतरराजी कौंसल की स्थापना करने का अधिकार है? पार्लीमेंट, प्रेजिडेंट, स्पीकर ऑफ लोक सभा या फिर प्राइम मिनिस्टर? इंटर स्टेट काउंसिल कौन इस्टैबलिश कर सकता है? जी शिखा शर्मा जी ऑप्शन नंबर बी दस रहे ने जी। साहिल कटारिया जी भी ऑप्शन नंबर बी दस रहे ने। प्रेजिडेंट कर सकता है जी कि इंपावर किन्हां नूं इंटर स्टेट काउंसिल्स नूं, इंटर स्टेट काउंसिल जी 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 कोई गल नहीं। विद्यार्थियों नूं पूरा समा असीं दिंदे हां, कोई गल नहीं। जेकर तुहाडे कोलों कोई भी क्वेश्चन मान लो तुसीं आंसर तो दे रहे हो ना, जे विद्यार्थी कई विद्यार्थी गुरेज करते हैं कि ਅਸੀਂ आंसर देवांगे साडा गलत हो जाऊगा, नहीं जी। तुसी आंसर जरूर दो, पार्टिसिपेट जरूर करो। बेशक तुहाडा आंसर गलत हुंदा है पर बाद च जदों ओह करैक्ट हो जाता है तो तुसी उसनूं दुबारे कदे भी नहीं भूलोगे। सो पार्टिसिपेट करना किसी भी चीज़ च बहुत जरूरी है। सो अगे चलते हैं। थोड़ी जी क्लास लंबी हो गई है, सानू जल्दी करना पऊगा, टाइम भी काफ़ी हो चुका है। सो 65th क्वेश्चन, दिस सिस्टम ऑफ इंडियन डेमोक्रेसी इज, थोड़ा जी जल्दी करांगे जी टाइम काफ़ी हो गया। 65th क्वेश्चन, सो दिस सिस्टम ऑफ इंडियन डेमोक्रेसी भारतीय लोकतंत्र की प्रणाली की है? तो इसका जो करैक्ट ऑप्शन आना सी जी वो ऑप्शन नंबर बी, मल्टी पार्टी एंड पार्लीमेंटरी इन नेचर। मल्टी पार्टी एंड पार्लीमेंटरी इन नेचर। सो ऑप्शन नंबर बी इज द करैक्ट ऑप्शन सी। ठीक है जी। अगे चलते हैं। 66th क्वेश्चन, हाउ मैनी मैंबर वर इनिशियली इन द कॉन्स्टिट्यूएंट असैंबली ऑफ इंडिया? बहुत बार यह क्वेश्चन पूछा गया है, इंपॉर्टेंट भी है। भारत की संविधान सभा विच शुरू विच किन्ने मैंबर सी? तो भारत की संविधान सभा विच शुरू विच जिहड़े मैंबर सी, जी बिल्कुल सही हो साहिल जी तुसी, 389 मैंबर सी। ऑप्शन नंबर सी इज द करैक्ट ऑप्शन है जी। 389 मैंबर सी भारत की संविधान सभा विच। 67th क्वेश्चन, विच आर्टिकल ऑफ द कॉन्स्टिट्यूशन ऑफ इंडिया गारंटी टू ऑल सिटीजन द फ्रीडम ऑफ स्पीच एंड एक्सप्रैशन? भारत के संविधान का किहड़ा अनुच्छेद सारे नागरिकां नूं बोलण अते प्रगटावे की आज़ादी की गारंटी दिंदा है? जी बिल्कुल सही हो जी। आर्टिकल नंबर 19, फ्रीडम ऑफ स्पीच, आर्टिकल नंबर 19। सो ऑप्शन करैक्ट ऑप्शन नंबर बी। आर्टिकल नंबर 16 नहीं जी, आर्टिकल नंबर 19। 68th क्वेश्चन, एनी मनी बिल कैन नॉट बी इंट्रोड्यूस इन द पार्लियामेंट विदाउट द कंसेंट ऑफ द? किस दी सहमति तो बिना कोई पैसा
ਬਿੱਲ ਸੰਸਦ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਸੋ ਕੰਸੈਂਟ ਲੈਣਾ ਕਿਸ ਦਾ ਜ਼ਰੂਰੀ ਹੈ, ਇਹ ਤਾਂ ਸਭ ਨੂੰ ਪਤਾ ਹੈ, ਪ੍ਰੈਜ਼ੀਡੈਂਟ ਆਫ ਇੰਡੀਆ ਦਾ ਕੰਸੈਂਟ ਜ਼ਰੂਰੀ ਹੁੰਦਾ ਹੈ। ਸੋ ਆਪਸ਼ਨ ਨੰਬਰ ਏ ਇਜ਼ ਦਾ ਕਰੈਕਟ ਆਪਸ਼ਨ ਆਣਾ ਸੀ। ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੰਸੈਂਟ ਤੋਂ ਬਿਨਾ ਕੋਈ ਵੀ ਮਨੀ ਬਿੱਲ ਹੈ ਜੋ ਉਹ ਇੰਟਰੋਡਿਊਸ ਨਹੀਂ ਹੋ ਸਕਦਾ ਪਾਰਲੀਮੈਂਟ ਵਿੱਚ। ਠੀਕ ਹੈ ਜੀ, ਅੱਗੇ ਚੱਲਦੇ। 69th question, which one of the following office has not been provided by the Indian Constitution? ਹੇਠ ਲਿਖਿਆਂ ਵਿੱਚੋਂ ਕਿਹੜਾ ਦਫ਼ਤਰ ਭਾਰਤੀ ਸੰਵਿਧਾਨ ਦੁਆਰਾ ਪ੍ਰਦਾਨ ਨਹੀਂ ਕੀਤਾ ਗਿਆ ਹੈ? ਡਿਪਟੀ ਸਪੀਕਰ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ, ਡਿਪਟੀ ਪ੍ਰਾਈਮ ਮਿਨਿਸਟਰ, ਡਿਪਟੀ ਚੇਅਰਮੈਨ ਆਫ ਰਾਜ ਸਭਾ, ਡਿਪਟੀ ਸਪੀਕਰ ਆਫ ਲੋਕ ਸਭਾ। ਸੋ ਕਿਹੜਾ ਆਫਿਸ ਨਹੀਂ ਪ੍ਰੋਵਾਈਡ ਕਰਿਆ ਗਿਆ ਇੰਡੀਅਨ ਕਨਸਟੀਟਿਊਸ਼ਨ ਦੁਆਰਾ? ਤਾਂ ਇਸ ਦਾ ਕਰੈਕਟ ਆਪਸ਼ਨ ਹੈ ਜੀ ਸਾਹਿਲ ਜੀ, ਬਿਲਕੁਲ ਠੀਕ ਹੋ ਤੁਸੀਂ, ਆਪਸ਼ਨ ਨੰਬਰ ਬੀ। ਡਿਪਟੀ ਪ੍ਰਾਈਮ ਮਿਨਿਸਟਰ ਦੀ ਜਿਹੜੀ ਆਫਿਸ ਹੈ ਉਹ ਸਾਡੇ ਇੰਡੀਅਨ ਕਨਸਟੀਟਿਊਸ਼ਨ ਵੀ ਕਿਤੇ ਵੀ ਮੈਂਸ਼ਨ ਨਹੀਂ ਹੈ। ਸੋ 17th question, which of the following body can be prorogated can not be dissolved? ਹੇਠ ਲਿਖਿਆਂ ਵਿੱਚੋਂ ਕਿਹੜੀ ਸੰਸਥਾਵਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਪਰ ਭੰਗ ਨਹੀਂ ਕੀਤਾ ਜਾ ਸਕਦਾ? ਸੋ ਕਰੈਕਟ ਆਪਸ਼ਨ ਕੀ ਹੈ? ਆਪਸ਼ਨ ਨੰਬਰ ਬੀ ਰਾਜ ਸਭਾ, ਕਿਉਂਕਿ ਰਾਜ ਸਭਾ ਕੀ ਹੈ, ਇੱਕ ਪਰਮਾਨੈਂਟ ਹਾਊਸ ਹੈ, ਇਸ ਨੂੰ ਡਿਸੋਲਵ ਨਹੀਂ ਕਰ ਸਕਦੇ ਇਸ ਨੂੰ। ਠੀਕ ਹੈ ਜੀ, ਲੋਕ ਸਭਾ ਨੂੰ ਅਸੀਂ ਡਿਸੋਲਵ ਕਰ ਸਕਦੇ ਹਾਂ, ਯਾਦ ਰੱਖਣਾ, ਲੋਕ ਸਭਾ ਨੂੰ ਡਿਸੋਲਵ ਕਰ ਸਕਦੇ ਹਾਂ, ਰਾਜ ਸਭਾ ਨੂੰ ਅਸੀਂ ਡਿਸੋਲਵ ਨਹੀਂ ਕਰ ਸਕਦੇ। 71st question, to be granted the status of official opposition in a legislature, a political party must have at least। ਵਿਧਾਨ ਸਭਾ ਵਿੱਚ ਅਧਿਕਾਰਤ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਕਰਨ ਲਈ ਇੱਕ ਰਾਜਨੀਤਿਕ ਪਾਰਟੀ ਨੂੰ ਘੱਟੋ ਘੱਟ ਹੋਣਾ ਚਾਹੀਦਾ ਹੈ। ਤਾਂ ਇਸ ਦਾ ਜੋ ਕਰੈਕਟ ਆਪਸ਼ਨ ਬਣਦਾ ਹੈ ਉਹ ਹੈ ਆਪਸ਼ਨ ਸੀ, 10% ਆਫ ਦੀ ਇਲੈਕਟਿਡ ਮੈਂਬਰਸ ਹੋਣੇ ਚਾਹੀਦੇ ਨੇ। ਠੀਕ ਹੈ ਜੀ, ਉਹਦੇ ਕੋਲ। ਠੀਕ ਹੈ ਜੀ, 10% ਹੈ ਜੀ, 15% ਨਹੀਂ ਹੈ। ਅੱਗੇ ਚੱਲਦੇ ਹਾਂ। To pass a money bill in the parliament, which of the following is not necessary? Approval of the Rajya Sabha, approval of finance minister, approval of Lok Sabha, ਜਾਂ none of above? So option B is correct, approval of finance minister. Option B is correct, approval of finance minister। ਪਾਰਲੀਮੈਂਟ ਵਿੱਚ ਮਨੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰਨਾ ਹੈ ਜੀ। ਠੀਕ ਹੈ ਜੀ, ਅਪਰੂਵਲ ਆਫ ਫਾਈਨੈਂਸ ਮਿਨਿਸਟਰ ਜ਼ਰੂਰੀ ਨਹੀਂ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦੀ ਕਰੈਕਟ ਆਪਸ਼ਨ। 73rd question, the parliament of India consists of। ਚਾਰ ਆਪਸ਼ਨ ਤੁਹਾਨੂੰ ਦਿੱਤੇ ਹੋਏ ਨੇ, ਚਾਰ ਆਪਸ਼ਨਾਂ ਵਿੱਚ ਕਰੈਕਟ ਆਪਸ਼ਨ ਕਿਹੜਾ ਹੋਊਗਾ ਜੀ? ਜੀ ਸਾਹਿਲ ਜੀ ਆਂਸਰ ਦੇ ਰਹੇ ਨੇ ਆਪਸ਼ਨ ਨੰਬਰ ਸੀ। ਜੀ ਨਿਸ਼ਾਂਤ ਗਗਨੇਜਾ ਜੀ ਵੀ ਆਪਸ਼ਨ ਨੰਬਰ ਸੀ ਦੱਸ ਰਹੇ ਨੇ। ਸੋ ਬਿਲਕੁਲ ਸਹੀ ਹੈ ਜੀ, ਆਪਸ਼ਨ ਨੰਬਰ ਸੀ ਇੱਥੇ ਤੁਹਾਡਾ ਕਰੈਕਟ ਆਪਸ਼ਨ ਹੈ। ਦੀ ਪ੍ਰੈਜ਼ੀਡੈਂਟ, ਲੋਕ ਸਭਾ ਐਂਡ ਰਾਜ ਸਭਾ। ਆਪਸ਼ਨ ਨੰਬਰ ਸੀ ਇਜ਼ ਦੀ ਕਰੈਕਟ ਆਪਸ਼ਨ। 74th question, the execution power of the state are vested in the governor under which article of the constitution? ਰਾਜ ਦੀ ਕਾਰਜਕਾਰੀ ਸ਼ਕਤੀਆਂ ਸੰਵਿਧਾਨ ਦੇ ਕਿਸ ਅਨੁਛੇਦ ਦੇ ਅਧੀਨ ਰਾਜਪਾਲ ਕੋਲ ਹਨ? ਆਰਟੀਕਲ 324, ਆਰਟੀਕਲ 356, ਆਰਟੀਕਲ 154 ਸਬਸੈਕਸ਼ਨ 1, ਆਰਟੀਕਲ ਨੰਬਰ 155 ਸਬਸੈਕਸ਼ਨ 2। ਜੀ ਨਹੀਂ, ਆਰਟੀਕਲ ਨੰਬਰ 154 ਸਬਸੈਕਸ਼ਨ 1। ਸੋ ਕਰੈਕਟ ਇਜ਼ ਆਪਸ਼ਨ ਨੰਬਰ ਸੀ। ਅੱਜ ਦੀ ਇਸ ਲਾਈਵ ਕਲਾਸ ਦਾ ਜੋ ਕਿ ਫ੍ਰੀ ਮੌਕ ਟੈਸਟ ਸੀ ਸਾਡਾ, ਠੀਕ ਹੈ ਜੀ, ਜਿਸ ਦੀ ਆਨਸਰ ਕੀ ਸੀ ਉਸ ਦਾ ਆਖਰੀ ਕੁਐਸਚਨ ਹੈ 75th ਕੁਐਸਚਨ। ਇਹ ਕੁਐਸਚਨ ਕਰਨ ਤੋਂ ਪਹਿਲਾਂ ਅਸੀਂ ਵਿਦਿਆਰਥੀਆਂ ਨੂੰ ਦੱਸ ਦੇਣਾ ਚਾਹਾਂਗੇ ਕਿ ਤੁਹਾਡੀ ਫੀਡਬੈਕ ਬਹੁਤ ਜ਼ਰੂਰੀ ਹੈ। ਵੀਡੀਓ ਖਤਮ ਹੋਣ ਤੋਂ ਬਾਅਦ ਵਿਦਿਆਰਥੀ ਕਮੈਂਟ ਬਾਕਸ 'ਚ ਫੀਡਬੈਕ ਜ਼ਰੂਰ ਦੇਣ ਕਿ ਤੁਹਾਡੇ ਵਾਸਤੇ ਅੱਜ ਦੀ ਕਲਾਸ ਕਿਹੋ ਜਿਹੀ ਲੱਗੀ ਹੈ। ਠੀਕ ਹੈ ਜੀ, ਫੀਡਬੈਕ ਆਪਣੀ ਕਮੈਂਟ ਬਾਕਸ 'ਚ ਜ਼ਰੂਰ ਦੇਣ ਵਿਦਿਆਰਥੀ ਕਿ ਉਹਨਾਂ ਨੂੰ ਅੱਜ ਦੀ ਕਲਾਸ ਕਿਹੋ ਜਿਹੀ ਲੱਗੀ, ਤੇ ਆਪਣੇ ਯਾਰਾਂ ਦੋਸਤਾਂ ਨਾਲ ਕਲਾਸ ਦਾ ਲਿੰਕ ਜ਼ਰੂਰ ਸ਼ੇਅਰ ਕਰਨ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਲਾਈਵ ਕਲਾਸ ਨੂੰ ਬਾਅਦ ਵਿੱਚ ਵੀ ਦੇਖ ਸਕਣ, ਕਿਉਂਕਿ ਇਹ ਸਾਡੇ YouTube ਚੈਨਲ ਤੇ ਅਵੇਲੇਬਲ ਹੋ ਜਾਊਗੀ। ਠੀਕ ਹੈ ਜੀ।
ਨਿਸ਼ਾਂਤ ਗਗਨੇਜਾ ਜੀ ਪੁੱਛ ਰਹੇ ਨੇ ਕਲਾਸ ਟਾਈਮਿੰਗ ਜੀ, ਇਹ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਲਾਈਵ ਕਲਾਸ ਦੀ ਟਾਈਮਿੰਗ ਹੈ ਜੋ ਉਹ ਅਪਡੇਟ ਕਰ ਦਿੱਤੀ ਜਾਂਦੀ ਹੈ। ਅੱਜ ਸਵੇਰੇ ਹੀ ਕਰ ਦਿੱਤੀ ਗਈ ਸੀ ਸਾਡੇ ਟੈਲੀਗ੍ਰਾਮ ਗਰੁੱਪ ਨੂੰ। ਜੇਕਰ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਮੈਂਬਰ ਨਹੀਂ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਸਰਚ ਕਰ ਸਕਦੇ ਹੋ ਟੈਲੀਗ੍ਰਾਮ ਤੇ ਜਾ ਕੇ @ਪੰਜਾਬ ਨੌਲੇਜ ਹੱਬ। ਸੋ ਕਲਾਸ ਟਾਈਮਿੰਗਸ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਦੱਸ ਦਿਆ ਕਰੀਏ ਕਿ ਕਦੋਂ ਹੋਊਗੀ ਕਲਾਸ। ਕਰੰਟ ਅਫੇਅਰ ਦੀ ਕਲਾਸ ਵੀ ਆਪਣੇ ਚੈਨਲ ਤੇ ਲਾਈਵ ਚੱਲਦੀ ਹੈ ਜੀ। ਸਾਹਿਲ ਕਟਾਰੀਆ ਜੀ ਤੁਸੀਂ ਦੱਸ ਰਹੇ ਹੋ ਫਸਟ ਟਾਈਮ ਜੁਆਇਨ ਕੀਤਾ ਤੁਸੀਂ, ਬਹੁਤ ਵਧੀਆ ਲੱਗਿਆ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡੇ ਵਰਗੇ ਵਿਦਿਆਰਥੀ ਸਾਡੇ ਨਾਲ ਜੁੜਦੇ ਨੇ, ਸਾਨੂੰ ਵੀ ਵਧੀਆ ਲੱਗਦਾ ਜਦੋਂ ਵਿਦਿਆਰਥੀਆਂ ਦੀ ਫੀਡਬੈਕ ਆਉਂਦੀ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਵਾਸਤੇ ਅੱਜ ਦੀ ਇਹ ਕਲਾਸ ਲਾਭਦਾਇਕ ਰਹੇਗੀ ਤੇ ਜਿਹੜੇ ਵੀ ਵਿਦਿਆਰਥੀ ਸਾਡੇ ਨਾਲ ਲਾਈਵ ਕਲਾਸ ਵਿੱਚ ਬਣੇ ਰਹੇ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਹਿਲ ਕਟਾਰੀਆ ਜੀ, ਨਿਸ਼ਾਂਤ ਗਗਨੇਜਾ ਜੀ, ਸ਼ਿਖਾ ਸ਼ਰਮਾ ਮੈਡਮ ਨੇ, ਹੋਰ ਬਹੁਤ ਸਾਰੇ ਓਲਡ ਸਟੂਡੈਂਟਸ ਨੇ ਜੀ। ਸ਼ਿਖਾ ਸ਼ਰਮਾ ਮੈਡਮ ਜੀ ਕਹਿ ਰਹੇ ਨੇ ਵੀ ਅਸੀਂ ਓਲਡ ਸਟੂਡੈਂਟ ਹੈ ਜੀ। ਮੈਡਮ ਥੈਂਕ ਯੂ, ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ, ਤਾਂ ਹੀ ਅਸੀਂ ਨਵੇਂ ਮੌਕ ਟੈਸਟ ਨੇ ਜਿਹੜੇ ਉਹ ਵਿਦਿਆਰਥੀਆਂ ਵਾਸਤੇ ਲੈ ਕੇ ਆ ਰਹੇ ਨੇ। ਸੋ ਕਮੈਂਟ ਬਾਕਸ 'ਚ ਤੁਸੀਂ ਕਮੈਂਟ ਜ਼ਰੂਰ ਕਰਨਾ। ਬਾਕੀ ਟਾਈਮਿੰਗ ਦੇ ਰਿਲੇਟਿਡ ਲਾਈਵ ਕਲਾਸਾਂ ਦੀ ਜਿਹੜੀ ਟਾਈਮਿੰਗ ਹੈ ਉਹ ਜਲਦੀ ਹੀ ਟੈਲੀਗ੍ਰਾਮ ਗਰੁੱਪ ਵਿੱਚ ਅਪਡੇਟ ਕਰ ਦਿੱਤੀ ਜਾਵੇਗੀ। ਸੋ ਅੱਜ ਦੀ ਕਲਾਸ ਦਾ ਆਖਰੀ ਕੁਐਸਚਨ ਅਸੀਂ ਕਰਦੇ ਹਾਂ ਜੀ। ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਦੇ ਨਾਮ ਅਤੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਹੈ? ਸੋ 75th ਦਾ ਆਂਸਰ ਹੈ ਜੀ ਆਪਸ਼ਨ ਨੰਬਰ ਏ, ਆਰਟੀਕਲ ਨੰਬਰ 1। ਭਾਰਤ ਦੇ ਸੰਵਿਧਾਨ ਦਾ ਆਰਟੀਕਲ ਨੰਬਰ 1 ਭਾਰਤ ਦੇ ਨਾਮ ਅਤੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਹੈ। ਸੋ ਇਹ ਸੀ ਅੱਜ ਦੀ ਆਪਣੀ ਸਪੈਸ਼ਲ ਲਾਈਵ ਕਲਾਸ ਇੰਡੀਅਨ ਪੋਲਿਟੀ ਦੀ। ਸੋ ਜਿਹੜੇ ਵੀ ਵਿਦਿਆਰਥੀ, ਇੱਕ ਵਾਰ ਫਿਰ ਤੋਂ ਅਸੀਂ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਹੜੇ ਸਾਡੇ ਨਾਲ ਇਸ ਲਾਈਵ ਕਲਾਸ ਵਿੱਚ ਜੁੜੇ, ਲਾਈਵ ਕਲਾਸ ਦਾ ਹਿੱਸਾ ਬਣੇ। ਉਹਨਾਂ ਵਿਦਿਆਰਥੀਆਂ ਵਾਸਤੇ ਅਸੀਂ ਅੱਗੇ ਵੀ ਬਹੁਤ ਵਧੀਆ ਲਾਈਵ ਕਲਾਸਾਂ ਲੈ ਕੇ ਆਉਣ ਵਾਲੇ ਹਾਂ, ਆਉਣ ਵਾਲੇ ਸਾਰੇ ਹੀ ਐਗਜ਼ਾਮਸ ਵਾਸਤੇ। ਸੋ ਸਕਰੀਨ ਤੇ ਤੁਸੀਂ ਸਾਡੇ ਚੈਨਲ ਦੇ ਓਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟਸ ਦੇਖ ਰਹੇ ਹੋ। ਤੁਸੀਂ ਸਾਨੂੰ ਫੇਸਬੁੱਕ, ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਇਹਨਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਨੂੰ ਫੋਲੋ ਕਰਨ ਲਈ ਜੋ ਲਿੰਕ ਨੇ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਣਗੇ, ਜਾਂ ਫਿਰ ਤੁਸੀਂ ਇਹਨਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾ ਕੇ ਸਰਚ ਕਰ ਸਕਦੇ ਹੋ @ਪੰਜਾਬ ਨੌਲੇਜ ਹੱਬ। ਜੋ ਫ੍ਰੀ ਮੌਕ ਟੈਸਟ ਹੁੰਦਾ ਹੈ, ਜੇਕਰ ਤੁਹਾਨੂੰ ਉਸ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ ਤਾਂ ਤੁਸੀਂ ਦਿੱਤੇ ਗਏ WhatsApp ਨੰਬਰ 9041540772 ਤੇ WhatsApp ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ। ਕੋਲ ਟਾਈਮਿੰਗ ਓਨਲੀ ਸੈਟਰਡੇ ਤੇ ਸੰਡੇ ਨੂੰ ਹੀ ਵਿਦਿਆਰਥੀ ਇਸ ਨੰਬਰ ਤੇ ਕਾਲ ਕਰਿਆ ਕਰਨ ਤਾਂ ਕਿ ਉਹ ਕਾਲ ਪਿਕ ਕੀਤੀ ਜਾ ਸਕੇ ਤੇ ਵਿਦਿਆਰਥੀਆਂ ਦੀ ਕੁਐਰੀਜ਼ ਹੈ ਜੋ ਉਹ ਸੋਲਵ ਕਰ ਸਕੇ। ਬਾਕੀ ਵਰਕਿੰਗ ਡੇਜ਼ 'ਚ ਵਿਦਿਆਰਥੀ ਕਾਲ ਨਾ ਕਰਨ, WhatsApp ਕਰਨ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਕਾਲ ਵਗੈਰਾ ਵਰਕਿੰਗ ਡੇਜ਼ 'ਚ ਅਟੈਂਡ ਕਰਨੀ ਪੋਸੀਬਲ ਨਹੀਂ ਹੈ, ਕਿਉਂਕਿ ਸਾਡੀ ਸਾਰੀ ਹੀ ਟੀਮ ਇੰਪਲੋਏ ਹੈ, ਗਵਰਨਮੈਂਟ ਜੋਬ ਇੰਪਲੋਇਜ਼ ਕਾਫੀ ਨੇ ਜੀ। ਜਿਹੜੇ ਵਿਦਿਆਰਥੀਆਂ ਨੇ ਜੀ, ਜਿਹੜੇ ਵਿਦਿਆਰਥੀ ਕਹਿ ਰਹੇ ਨੇ ਵੀਡੀਓ ਦਾ ਐਗਜ਼ਾਮ ਹੈ ਜਾਂ ਫਿਰ ਕਲਰਕ ਦਾ ਐਗਜ਼ਾਮ ਹੈ, ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਹੜੇ ਵਿਦਿਆਰਥੀਆਂ ਦਾ ਵੀਡੀਓ ਜਾਂ ਕਲਰਕ ਦਾ ਐਗਜ਼ਾਮ ਹੈ ਉਹਨਾਂ ਵਾਸਤੇ ਕਰੰਟ ਅਫੇਅਰਸ ਦੀ ਲਾਈਵ ਕਲਾਸਾਂ ਤਾਂ ਸਾਡੇ ਚੈਨਲ ਤੇ ਲੱਗਦੀਆਂ ਹੀ ਰਹਿੰਦੀਆਂ ਨੇ। ਬਾਕੀ ਹੋਰ ਮਟੀਰੀਅਲ ਵੀ ਅਸੀਂ ਜਲਦੀ ਲੈ ਕੇ ਆਵਾਂਗੇ ਤੇ ਇੱਕ ਫੁੱਲ ਫਲੈਸ਼ਡ ਮੌਕ ਟੈਸਟ ਹੋਣ ਜਾ ਰਿਹਾ ਹੈ। ਮੌਕ ਟੈਸਟ ਵੀ ਬਹੁਤ ਜਲਦੀ ਅਸੀਂ ਲਵਾਂਗੇ, ਠੀਕ ਹੈ ਜੀ। ਵੀਡੀਓ ਤੇ ਕਲਰਕ ਵਾਸਤੇ ਪੂਰਾ ਮੌਕ ਟੈਸਟ ਹੋਊਗਾ। ਸੋ ਜਿਹੜੇ ਵੀ ਵਿਦਿਆਰਥੀਆਂ ਨੇ ਲਾਈਵ ਕਲਾਸ ਅਟੈਂਡ ਕੀਤੀ, ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ।